ਪਿਆਰੇ ਵਿਦਿਆਰਥੀਓ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਹੁਣ ਤੱਕ ਅਸੀਂ ITI ਵਾਸਤੇ 3 ਲੈਕਚਰਸ ਆਲਰੇਡੀ ਬਣਾ ਚੁੱਕੇ ਹਾਂ ਅਤੇ ਅੱਜ ਚੌਥਾ ਲੈਕਚਰ ਬਣਾਉਣ ਲੱਗੇ ਆਂਗੇ। ਪਹਿਲੇ 3 ਲੈਕਚਰਾਂ ਦਾ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਗਾ ਤੁਹਾਡੇ ਦੁਆਰਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈਗਾ ਇੰਨਾ ਪਿਆਰ ਦੇਣ ਦੇ ਲਈ। ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਇਸ ਕੋਰਸ ਨੂੰ ਇੰਨਾ ਜ਼ਿਆਦਾ ਸੌਖਾ ਬਣਾਇਆ ਜਾ ਸਕੇ ਕਿ ਇਹ ਹਰ ਬੱਚੇ ਦੀ ਪਹੁੰਚ ਤੱਕ ਹੋਵੇ। ਨਾ ਸਿਰਫ ਸੌਖਾ ਬਣਾਇਆ ਜਾ ਸਕੇ, ਨਾਲ ਹੀ ਨਾਲ ਜਿਹੜੀ ਫੀਸ ਹੈਗੀ ਉਹ ਵੀ ਇੰਨੀ ਕੁ ਨੋਮੀਨਲ ਹੋਵੇ ਕਿ ਹਰ ਬੱਚਾ ਇਸ ਦੀ ਤਿਆਰੀ ਕਰ ਸਕੇ। ਜੇ ਬਿਜਲੀ ਬੋਰਡ ਦੁਆਰਾ ਇੰਨਾ ਵਧੀਆ ਜਿਹੜਾ ਕਦਮ ਚੱਕਿਆ ਗਿਆ ਹੈਗਾ ਕਿ ਹਰੇਕ ਬੱਚੇ ਨੂੰ ਮੌਕਾ ਮਿਲ ਰਿਹਾ ਹੈਗਾ ਇੱਕ ਵਾਰੀ ਲੱਗਣ ਦਾ, ਹਰੇਕ ਹਜ਼ਾਰਾਂ ਬੱਚਿਆਂ ਦੇ ਮਨ ਦੇ ਵਿੱਚ ਜਿਹੜੀ ਉਮੀਦ ਜਾਗੀ ਹੈਗੀ ਇੱਕ ਲੱਗਣ ਦੀ ਕਿ ਪੜ੍ਹ ਕੇ ਲੱਗਿਆ ਜਾ ਸਕਦਾ ਹੈਗਾ, ਹਜੇ ਵੀ ਕੁਛ ਨਹੀਂ ਵਿਗੜਿਆ। ਤਾਂ ਉਸ ਚੀਜ਼ ਦੀ ਲਗਾਤਾਰਤਾ ਦੇ ਵਿੱਚ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਹਰ ਬੱਚਾ ਇਸ ਕੋਰਸ ਨੂੰ ਖਰੀਦ ਸਕੇ ਅਤੇ ਇਹਨੂੰ ਦੇਖ ਕੇ ਪੇਪਰ ਦੇ ਵਿੱਚ ਬੈਠ ਕੇ ਪੇਪਰ ਦੀ ਤਿਆਰੀ ਕਰਕੇ ਪੇਪਰ ਨੂੰ ਕੱਢ ਸਕੇ। ਤਾਂ ਬੱਚੇ ਇੱਕ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨਾ ਚਾਹੁੰਦਾ ਗਾ। ਬਹੁਤ ਜ਼ਿਆਦਾ ਡਾਊਟ ਆ ਰਹੇ ਆ ਬੱਚਿਆਂ ਦੇ ਕਿ ਛੇਤੀ ਤੋਂ ਛੇਤੀ ਫੀਸ ਲਵੋ ਜੀ ਅਤੇ ਸਾਨੂੰ ਲੈਕਚਰ ਦੇਵੋ ਜੀ। ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਘੱਟੋ ਘੱਟ 100 ਵੀਡੀਓ ਆਲਰੇਡੀ ਇਸ YouTube ਚੈਨਲ ਦੇ ਉੱਪਰ ਅਪਲੋਡ ਹੋ ਚੁੱਕੀ ਹੈ ਜਿਹੜੀ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਨਾਲ ਰਿਲੇਟਡ ਆ। ਤਾਂ ਜੇ ਮੈਂ ਤੁਹਾਨੂੰ ਦੇਣਾ ਚਾਹਾਂ ਬੱਚਿਓ 100 ਦੀਆਂ 100 ਵੀਡੀਓ ਦੇ ਵਿੱਚੋਂ 50 ਵੀਡੀਓ ਦੇ ਵਿੱਚ ਇਕੱਲਾ ਨਾਂ ਚੇਂਜ ਕਰਕੇ ਤੁਹਾਨੂੰ ਦੇ ਦੇਣਾ ਗਾ, ਪਰ ਉਹ ਕੋਈ ਇਮਾਨਦਾਰੀ ਵਾਲੀ ਗੱਲ ਤਾਂ ਨਹੀਂ ਹੋਈ ਨਾ ਤੁਹਾਡੇ ਨਾਲ। ਦੇਖੋ ਪਹਿਲੀ ਵਾਰੀ ਇਹਨਾਂ ਨੇ ਪੇਪਰ ਕੱਢਿਆ ਗਾ ਬਿਜਲੀ ਬੋਰਡ ਨੇ, ਜਿਹੜੀ ਲਾਈਨਮੈਨ ਵਾਸਤੇ ਜਿਹੜਾ ਕੱਢਿਆ ਗਾ ਜਾਂ ਫਿਰ ਟਿਊਬਵੈੱਲ ਆਪਰੇਟਰ ਵਾਸਤੇ ਹੋ ਰਿਹਾ ਗਾ, ਤਾਂ ਸਪੈਸ਼ਲ ਤੁਹਾਡੇ ਵਾਸਤੇ ਕੋਰਸ ਇਹ ਬਣਾਇਆ ਜਾ ਰਿਹਾ ਗਾ। ਇਹ ਬਣਿਆ ਬਣਾਇਆ ਨਹੀਂ ਪਿਆ ਹੈਗਾ, ਜਾਂ ਫਿਰ ਪਹਿਲਾਂ ਚੱਕ ਕੇ ਪੁਰਾਣੀ ਚੀਜ਼ ਦੇ ਉੱਪਰ ਚੱਕ ਕੇ ਠੱਪਾ ਲਾ ਕੇ ਨਹੀਂ, ਸਿਰਫ ਤੁਹਾਡੇ ਵਾਸਤੇ ਇਹ ਕੋਰਸ ਬਣਾਇਆ ਜਾ ਰਿਹਾ। ਇਸ ਲਈ ਇਸ ਕੋਰਸ ਦੇ ਵਿੱਚ ਸਮਾਂ ਲੱਗ ਰਿਹਾ, ਸਮਾਂ ਵੀ ਲੱਗੇਗਾ ਅਤੇ ਟਾਈਮ ਟੂ ਟਾਈਮ ਮਿਲੇਗਾ। ਇੱਕੋ ਲਖਤ 20 ਵੀਡੀਓਜ਼ ਨੂੰ ਦੇਖੋਗੇ ਉਹ ਸਾਰਾ ਕੁਝ ਰੱਟੇ ਮਾਰੋਗੇ ਜਾਂ ਹੌਸ਼ ਪੌਸ਼ ਹੋ ਜਾਊਗਾ। ਤੁਹਾਨੂੰ ਟਾਈਮ ਦੇ ਨਾਲ ਨਾਲ ਵੀਡੀਓਜ਼ ਮਿਲੀ ਜਾਣਗੀਆਂ, ਇਸ ਚੀਜ਼ ਦਾ ਕੋਈ ਟੈਨਸ਼ਨ ਨਾ ਮੰਨੋ। ਹੁਣ ਜੇ ਡਾਕਟਰ ਦੇ ਕੋਲੇ, ਡਾਕਟਰ ਦੀ ਜਿਹੜੀ ਕੈਮਿਸਟ ਦੀ ਸ਼ੌਪ ਦੇ ਉੱਪਰ ਜਾਂਦੇ ਹੋ ਤੁਸੀਂ, ਹਜ਼ਾਰਾਂ ਤਰ੍ਹਾਂ ਦੀਆਂ ਗੋਲੀਆਂ ਹੁੰਦੀਆਂ ਨੇਗੀਆਂ, ਸਿਰਫ ਇੱਕੋ ਹੀ ਗੋਲੀ ਹੁੰਦੀ ਹੈ ਜਿਹਨੇ ਤੁਹਾਨੂੰ ਅਸਰ ਕਰਨਾ ਹੁੰਦਾ। ਤਾਂ ਜੇ ਮੈਂ ਕਹਾਂ ਵੀ ਤੁਸੀਂ 1000 ਦੇ ਵਿੱਚੋਂ ਗੋਲੀਆਂ ਲੈ ਲੈ ਕੇ ਦੇਖੀ ਜਾਓ, ਕੋਈ ਨਾ ਕੋਈ ਅਸਰ ਤਾਂ ਕਰੇ ਜਾਊਗੀ, ਤਾਂ ਨਾਲੇ ਤਾਂ ਮੇਰੇ ਕਹਿਣ ਵਾਲੇ ਦੀ ਬੇਵਕੂਫੀ ਹੈਗੀ, ਨਾਲੇ ਲੈਣ ਵਾਲੇ ਦੀ ਬੇਵਕੂਫੀ ਹੈਗੀ। ਤਾਂ ਇਹ ਨਹੀਂ ਕਰ ਸਕਦੇ ਅਸੀਂ। ਸਿਰਫ ਉਨੀ ਕੁ ਦਵਾਈ ਖਾਣੀ ਆ, ਉਨੀ ਕੁ ਗੋਲੀ ਲੈਣੀ ਆ ਜਿਹੜੀ ਸਾਨੂੰ ਜਿਹਦੀ ਲੋੜ ਹੈਗੀ। ਜ਼ਿਆਦਾਤਰ ਇਹੀ ਕੁਛ ਹੋ ਰਿਹਾ ਹੈਗਾ ਵੀ ਇਹ ਹਰੇਕ ਨੇ ਇੱਕ ਕੋਰਸ ਬਣਾ ਕੇ ਰੱਖਿਆ ਹੋਇਆ ਆਪਣਾ, ਜਿਹੜਾ ਕੋਰਸ ਉਹਨੂੰ ਪਾਉਂਦਾ ਹੈਗਾ ਉਹਨੇ ਉਹ ਕੋਰਸ ਬਣਾ ਕੇ ਰੱਖਿਆ ਹੋਇਆ। ਜਦੋਂ ਤਾਂ ਯੂਪੀ ਦੇ ਵਿੱਚ JEE ਦਾ ਪੇਪਰ ਹੈ ਉਹਦੇ ਉੱਪਰ ਲਿਖਦੇ UP PCL JEE ਐਗਜ਼ਾਮ, ਉਹਦਾ ਥੰਬਨੇਲ ਚੇਂਜ ਕਰਨਾ 1 ਮਿੰਟ ਦੀ ਖੇਡ ਹੈਗੀ। ਜਦੋਂ ਆਇਆ ਇਲੈਕਟ੍ਰੀਕਲ ਜੇ ਪੰਜਾਬ ਦੇ ਵਿੱਚ ਪੇਪਰ ਤਾਂ ਉਹਦੇ ਉੱਪਰ ਲਿਖ ਦੇਣਾ PS PCL ਲਿਖ ਦਿੰਦੇ ਹੈਗੇ। ਫਿਰ ਉਹਦੇ ਉੱਪਰ PS PCL ਲਿਖ ਕੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕਾਫੀ ਜਾਣੇ ਇਹ ਗੱਲ ਕਰਦੇ ਹੈਗੇ, PS PCL ਲਿਖ ਦਿੰਦੇ ਹੈਗੇ। ਤਾਂ ਬੱਚੇ ਮੈਂ ਸਿਰਫ ਇਹ ਚਾਹੁੰਦਾ ਵੀ ਸਿਰਫ ਉਹ ਪੜ੍ਹਾਇਆ ਜਾਵੇ ਜਿਹੜਾ ਤੁਹਾਡੇ ਨਾਲ ਰਿਲੇਟਡ ਹੈਗਾ। ਇਸ ਲਈ ਸਮਾਂ ਥੋੜ੍ਹਾ ਜਿਹਾ ਲੱਗ ਰਿਹਾ ਕੋਰਸ ਦੇ ਵਿੱਚ, ਠੀਕ ਹੈ ਜੀ। ਤਾਂ ਚਲੋ ਸਟਾਰਟ ਕਰਦੇ ਆਂਗੇ ਅੱਜ ਦੀ ਇਸ ਵੀਡੀਓ। ਤਾਂ ਹੁਣ ਤੱਕ ਜੋ ਅਸੀਂ ਪੜ੍ਹਿਆ ਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਗਾ ਓਮਜ਼ ਲਾ। ਓਮਜ਼ ਲਾ ਦੇ ਵਿੱਚ ਅਸੀਂ ਇਹੀ ਦੇਖਿਆ ਫਿਲਹਾਲ ਤਾਂ ਕਿ V = IR ਹੁੰਦਾ ਹੈ। B ਬਰਾਬਰ ਹੈ I ਕਰੰਟ ਅਤੇ ਰਜਿਸਟੈਂਸ, ਇਹਨਾਂ ਦੋਨਾਂ ਦੀ ਜਦੋਂ ਗੁਣਾ ਕਰਦੇ ਆਂਗੇ ਆਪਾਂ ਤਾਂ ਸਾਡੇ ਕੋਲ ਕੀ ਬਣ ਜਾਂਦੀ ਹੈ, ਉਹ ਵੋਲਟੇਜ ਬਣ ਜਾਂਦੀ ਹੈ। ਜਿਵੇਂ ਕਿ ਆਪਾਂ ਜਿੱਥੋਂ ਛੱਡਿਆ ਸੀ ਮੈਂ ਉੱਥੋਂ ਸਟਾਰਟ ਕਰਨ ਲੱਗਿਆ। ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਆਹ ਸਿੰਬਲ, ਜਦੋਂ ਤੁਹਾਨੂੰ ਆਹ ਸਿੰਬਲ ਦਿਖ ਜਾਏਗਾ, ਇਹ ਸਿੰਬਲ ਰਜਿਸਟੈਂਸ ਦਾ ਸਿੰਬਲ ਹੁੰਦਾ ਹੈਗਾ, ਇਹਦੇ ਯੂਨਿਟ ਓਮ ਹੁੰਦੇ ਆ। ਸਪੋਜ਼ ਕਰੋ ਇੱਥੇ ਕਿਹਾ ਹੋਇਆ ਹੈਗਾ ਸਾਨੂੰ 2 ਓਮ, ਇੱਥੇ ਇੱਕ ਤੀਰ ਮਾਰਿਆ ਹੋਇਆ ਹੈਗਾ ਅਤੇ ਸਾਨੂੰ ਦੱਸਿਆ ਗਿਆ ਹੈਗਾ ਕਿ ਇੱਧਰਲੇ ਪਾਸੇ ਨੂੰ 3 ਐਂਪੀਅਰ ਕਰੰਟ ਲੰਘ ਰਿਹਾ ਹੈ। ਤਾਂ 3 ਐਂਪੀਅਰ ਕਰੰਟ ਤੁਹਾਨੂੰ ਇਹ ਗੱਲ ਦੱਸੀ ਸੀਗੀ ਤੀਜੀ ਵੀਡੀਓ ਦੇ ਵਿੱਚ ਵੀ ਜੇ ਕਿਤੋਂ 3 ਐਂਪੀਅਰ ਕਿਤੇ ਕੋਈ ਕਰੰਟ ਹੈਗਾ ਗਾ ਤਾਂ ਕਰੰਟ ਨੂੰ ਕੋਈ ਨਾ ਕੋਈ ਤਾਂ ਧੱਕਣ ਵਾਲਾ ਹੋਵੇਗਾ, ਕੋਈ ਨਾ ਕੋਈ ਪ੍ਰੈਸ਼ਰ ਤਾਂ ਹੈਗਾ ਜਿਹੜਾ ਉਸ ਕਰੰਟ ਨੂੰ ਧੱਕ ਰਿਹਾ ਹੋਵੇਗਾ। ਅਦਰਵਾਈਜ਼ ਰਜਿਸਟੈਂਸ ਦੇ ਵਿੱਚ ਦੀ ਕਰੰਟ ਨਹੀਂ ਲਗਾਇਆ ਜਾ ਸਕਦਾ। ਜੇ ਉੱਥੇ ਧੱਕਾ ਨਹੀਂ ਹੋਵੇਗਾ ਨਾ ਤਾਂ ਕਰੰਟ ਨਹੀਂ ਲਗਾਇਆ ਜਾ ਸਕਦਾ ਉੱਥੋਂ ਦੀ, ਕਿਉਂਕਿ ਰਜਿਸਟੈਂਸ ਰੋਕਦਾ ਹੁੰਦਾ ਕਰੰਟ ਨੂੰ। ਤਾਂ ਕਿੰਨਾ ਧੱਕਾ ਇੱਥੇ, ਕਿੰਨੀ ਜਿਹੜੀ ਫੋਰਸ ਹੈਗੀ, ਕਿੰਨੀ ਜਿਹੜੀ ਵੋਲਟੇਜ ਹੈ, ਕਿੰਨਾ ਜਿਹੜਾ ਪ੍ਰੈਸ਼ਰ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਵੋਲਟੇਜ ਜਾਂ ਪ੍ਰੈਸ਼ਰ, ਉਹ ਕਿੰਨਾ ਹੈਗਾ ਪਿੱਛੋਂ ਜਿਹੜਾ 3 ਐਂਪੀਅਰ ਕਰੰਟ ਨੂੰ 2 ਓਮ ਦੀ ਰਜਿਸਟੈਂਸ ਤੋਂ ਲੰਘਾ ਰਿਹਾ। ਤਾਂ ਤੁਹਾਨੂੰ ਉਹੀ ਚੀਜ਼ ਦੱਸੀ ਸੀਗੀ ਵੀ ਹੁਣ ਤੁਹਾਡੇ ਕੋਲੇ ਹੈਗਾ ਕੀ ਹੈਗਾ, ਕਰੰਟ ਹੈਗਾ ਤੁਹਾਡੇ ਕੋਲੇ, ਰਜਿਸਟੈਂਸ ਹੈਗੀ ਆ ਤੁਹਾਡੇ ਕੋਲੇ, ਹੈਗਾ ਕੀ ਨਹੀਂ V, ਅਤੇ V ਦਾ ਫਾਰਮੂਲਾ ਕੀ ਆ I × R। ਇਹਦਾ ਮਤਲਬ ਕੀ ਹੈਗਾ,
ਸਾਡੇ ਕੋਲੇ ਇੱਥੇ ਵੋਲਟੇਜ ਦਾ ਕਿੰਨੀ ਵੋਲਟੇਜ ਦਾ ਪ੍ਰੈਸ਼ਰ ਸਾਡੇ ਪਿੱਛੋਂ ਆ ਰਿਹਾ ਹੈਗਾ, ਸਾਡੇ ਇਹਦੇ ਪਿੱਛੋਂ ਜਿਹੜਾ ਵੋਲਟੇਜ ਦਾ ਪ੍ਰੈਸ਼ਰ ਆ ਰਿਹਾ ਹੈਗਾ ਉਹ ਆਈ ਦਾ ਮਤਲਬ 3 ਐਂਪੀਅਰ ਗੁਣਾ ਆਰ ਦਾ ਮਤਲਬ ਕੀ ਹੈਗਾ 2। ਤਾਂ ਇਟ ਮੀਨਸ ਇੱਥੇ ਵਿੱਚ 3 ਗੁਣਾ 2 6 ਵੋਲਟ ਦੀ ਬੈਟਰੀ ਲੱਗੀ ਹੋਈ ਹੋਊਗੀ ਕਿਤੇ ਨਾ ਕਿਤੇ, ਜਿਹੜੀ ਸਾਨੂੰ ਦਿਖਾਈ ਨਹੀਂ ਗਈ। ਜੇ ਆਪਾਂ ਸਰਕਟ ਨੂੰ ਕੰਪਲੀਟ ਕਰੀਏ ਤਾਂ ਉਹ ਇਦਾਂ ਹੋਇਆ ਹੋਵੇਗਾ, ਇਦਾਂ ਹੋਵੇਗਾ। ਮੈਨੂੰ ਇਹਦੇ ਵਿੱਚੋਂ ਉਠਾ ਦਿੰਨਾ ਗਾ, ਵੈਸੇ 6 ਤਾਂ ਆਨਸਰ ਅਸੀਂ ਕੱਢ ਹੀ ਲਿਆ ਨਾ, ਅਸੀਂ ਇੱਕ ਪਾਸੇ ਲਿਖ ਲੈਂਦੇ ਹਾਂ 6 ਆ 3 ਤਾਂ ਚਲੋ ਹੈਗਾ ਗਾ, ਅਸੀਂ 6 ਨੂੰ ਇੱਥੇ ਲਿਖ ਲੈਂਦੇ ਹਾਂ ਵੀ 6 ਵੋਲਟ ਆਇਆ ਸੀਗਾ ਸਾਡਾ ਆਨਸਰ। ਤਾਂ ਇੱਥੇ ਜਿਹੜੀ ਬੈਟਰੀ ਲੱਗੀ ਹੋਈ ਹੋਵੇਗੀ ਉਹ 6 ਵੋਲਟ ਦੀ ਹੋਵੇਗੀ, ਇਹ ਗੱਲ ਪੱਕੀ ਹੈਗੀ। ਇੱਥੇ ਜਿਹੜੀ ਬੈਟਰੀ ਲੱਗੀ ਹੋਵੇਗੀ ਤੇ ਬੈਟਰੀ ਦੇ 2 ਸਿੰਬਲ ਦੱਸੇ, ਚਾਹੇ ਆਹ ਹੋਏਗਾ ਚਾਹੇ ਆਹ ਹੋਏਗਾ। ਅਗਲੀ ਗੱਲ, ਹੁਣ ਕਰੰਟ ਜਿਹੜਾ ਇੱਥੇ 3 ਐਂਪੀਅਰ ਇਹ ਕਰੰਟ ਜਾ ਰਿਹਾ ਹੈਗਾ, ਇਹਦੇ ਕਰੰਟ ਦੇ ਜਿਹੜਾ ਇਹਦਾ ਜਿਹੜੀ ਡਾਇਰੈਕਸ਼ਨ ਦਿੱਤੀ ਹੋਈ ਹੈ, ਜਿਹੜੀ ਇਹਦੀ ਦਿਸ਼ਾ ਦਿੱਤੀ ਹੋਈ ਹੈਗੀ, ਪੰਜਾਬੀ 'ਚ ਆਪਾਂ ਕਹਿੰਦੇ ਆਂਗੇ, ਉਹ ਦਿਸ਼ਾ ਦੇ ਹਿਸਾਬ ਨਾਲ ਅਸੀਂ ਜੇ ਇਸ ਦੇ ਪਾਸੇ ਇੱਕ ਆਹ ਹੈਗਾ A ਪਾਸਾ, ਆਹ ਹੈਗਾ B ਪਾਸਾ, ਕਿਸ ਸਾਈਡ ਦੇ ਉੱਪਰ ਅਸੀਂ ਪੋਜ਼ਿਟਿਵ ਪਾਸਾ ਬਣਾਈਏ, ਕਿਸ ਸਾਈਡ ਤੇ ਅਸੀਂ ਨੈਗੇਟਿਵ ਪਾਸਾ ਬਣਾਈਏ। ਹੁਣ ਕਰੰਟ ਦੀ ਜਿਹੜੀ ਡਾਇਰੈਕਸ਼ਨ ਆ ਉਹ ਇੱਧਰ ਨੂੰ ਆ, ਮਤਲਬ ਇੱਧਰ ਨੂੰ ਆ। ਇਹਦਾ ਮਤਲਬ ਕਿੱਥੋਂ ਨਿਕਲਿਆ ਹੋਇਆ ਕਰੰਟ, ਇੱਥੋਂ ਨਿਕਲਿਆ। ਇਹਦਾ ਮਤਲਬ ਵੋਲਟੇਜ ਦਾ ਜਿਹੜਾ ਆਹ ਪਾਸਾ ਹੈ ਪੋਜ਼ਿਟਿਵ ਆ, ਵੋਲਟੇਜ ਜਿਹੜਾ ਇਹ ਪਾਸਾ ਇਹ ਨੈਗੇਟਿਵ ਆ। ਤਾਂ ਵੋਲਟੇਜ ਦੇ ਪੋਜ਼ਿਟਿਵ ਪਾਸੇ ਦੇ ਵਿੱਚੋਂ ਕਰੰਟ ਨਿਕਲ ਕੇ ਰੈਜ਼ਿਸਟੈਂਸ ਦੇ ਵਿੱਚ ਦੀ ਹੁੰਦਾ ਹੋਇਆ ਕਰੰਟ ਸਾਡਾ ਇਸ ਤਰੀਕੇ ਨਾਲ ਸਾਡਾ ਅੰਦਰ ਚਲਾ ਗਿਆ, ਦੁਬਾਰਾ ਫਿਰ ਇਸ ਵੋਲਟੇਜ ਸੋਰਸ ਦੇ ਅੰਦਰ ਚਲਾ ਗਿਆ, ਨੈਗੇਟਿਵ ਦੇ ਵਿੱਚ ਦੁਬਾਰੇ ਫਿਰ ਉਹਦੇ ਅੰਦਰ ਚਲਾ ਗਿਆ, ਬਾਹਰ ਨਿਕਲਿਆ ਕਿੱਥੋਂ A ਪਾਸੇ ਦੇ ਵਿੱਚੋਂ ਜਿਹੜਾ ਪੋਜ਼ਿਟਿਵ ਪਾਸਾ, ਤੇ ਅੰਦਰ ਦੁਬਾਰੇ ਚਲਾ ਗਿਆ ਨੈਗੇਟਿਵ ਪਾਸੇ ਦੇ ਵਿੱਚੋਂ। ਇਹ ਇੱਕ ਬੇਸਿਕ ਜਿਹਾ ਲਾ ਹੈਗਾ, ਇਹ ਇੱਕ ਬੇਸਿਕ ਜਿਹਾ ਤੁਹਾਡੇ ਕੋਲ ਇੱਕ ਸਰਕਟ ਹੈਗਾ, ਕਲੋਜ਼ ਸਰਕਟ ਦੇ ਵਿੱਚ ਇਦਾਂ ਬਿਹੇਵ ਕਰਦਾ ਹੈ, ਕਰੰਟ ਇਦਾਂ ਫਲੋ ਕਰਦਾ ਹੈਗਾ। ਹੁਣ ਬੜੀ ਇੰਟਰਸਟਿੰਗ ਗੱਲ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਇੱਕ ਦੱਸਣ ਲੱਗਿਆਗਾ, ਜਿਹੜਾ ਤੁਸੀਂ ਬਾਰ-ਬਾਰ ਆਪਾਂ ਕਹਿੰਦੇ ਆ ਕਿ ਨਿਊਟਰਲ, ਜੇ ਮੈਂ ਇੱਥੇ ਬਣਾਉਣਾ ਚਾਹਾਂ ਵੀ ਨਿਊਟਰਲ ਕੀ ਹੁੰਦਾ ਗਾ, ਜਿਹੜਾ ਨੈਗੇਟਿਵ ਹੁੰਦਾ ਹੈਗਾ, ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ। ਚਲੋ ਇੱਕ ਹੋਰ ਗੱਲ ਸੁਣੋ, ਵੀ ਜਦੋਂ ਤੁਹਾਡੇ ਦਿਮਾਗ ਦੇ ਵਿੱਚ, ਜਦੋਂ ਤੁਹਾਡੇ ਸਾਹਮਣੇ ਕਿਤੇ ਇਹੋ ਜਿਹਾ ਇੱਕ ਸਿੰਬਲ ਆਉਂਦਾ ਗਾ, ਇਹ ਤਾਂ ਚਲੋ ਅਸੀਂ ਥਿਓਰਟੀਕਲ ਗੱਲਾਂ ਕਰੀ ਜਾਂਦੇ ਆਂਗੇ, ਹੈ ਨਾ। ਪ੍ਰੈਕਟੀਕਲੀ ਇਹ ਕਿੱਥੇ ਦੇਖਣ ਨੂੰ ਮਿਲਦਾ ਤੁਹਾਨੂੰ? ਜਿਹੜੀ ਆ ਰੈਜ਼ਿਸਟੈਂਸ ਹੈਗੀ, ਇਹਨੂੰ ਧਿਆਨ ਨਾਲ ਦੇਖੋ, ਇਹਨੂੰ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾਓ ਇਹਨੂੰ, ਵੀ ਇਹ ਕਿੱਥੇ ਹੁੰਦਾ। ਕਦੇ ਦੇਖਿਆ ਤੁਸੀਂ ਅੱਖਾਂ ਦੇ ਨਾਲ ਦੇਖਿਆ ਗਾ ਇਹ ਵੀ ਹੁੰਦਾ ਕਿੱਥੇ ਹੈਗਾ ਇਹ, ਵੀ ਇਹ ਕਿੱਥੇ ਲੱਗਿਆ ਹੁੰਦਾ ਹੈਗਾ ਰੈਜ਼ਿਸਟੈਂਸ, ਜਿਹੜਾ ਬਾਰ-ਬਾਰ ਕਹਿੰਦੇ ਕਿੱਥੇ ਕਰੰਟ ਨੂੰ ਕੰਪੋਜ਼ ਕਰਦਾ। ਅਸਲ ਦੇ ਵਿੱਚ ਕੋਈ ਵੀ ਇਹੋ ਜਿਹਾ ਡਿਵਾਈਸ ਕਹਿ ਲਓ, ਜੰਤਰ ਕਹਿ ਲਓ, ਜਿਹੜੇ ਜੰਤਰ ਅਸੀਂ ਬਿਜਲੀ ਦੇ ਉੱਪਰ ਚਲਾਉਣੇ ਆਂਗੇ, ਉਸ ਜੰਤਰ ਦੀਆਂ 2 ਤਾਰਾਂ ਸਿੰਗਲ ਫੇਸ ਵਾਸਤੇ, ਚਾਹੇ ਕੋਈ ਪੱਖਾ ਕਹਿ ਲਓ ਅਸੀਂ, ਚਾਹੇ ਕੋਈ ਬਲਬ ਕਹਿ ਲਓ ਅਸੀਂ, ਚਾਹੇ ਕੋਈ ਬਲਬ ਕਹਿ ਲਓ, ਪੱਖਾ ਕਹਿ ਲਓ, ਵਾਸ਼ਿੰਗ ਮਸ਼ੀਨ ਕਹਿ ਲਓ, ਚਾਹੇ TV ਕਹਿ ਲਓ, ਕੁਝ ਵੀ ਕਹਿ ਲਓ, ਹਰ ਕੋਈ ਆਪਣੇ ਅੰਦਰ 2 ਤਾਰਾਂ ਦੇ ਉੱਪਰ ਜਦੋਂ ਕੋਈ ਆਪਾਂ ਮਲਟੀਮੀਟਰ ਲਗਾ ਕੇ ਇਹਦੀ ਰੈਜ਼ਿਸਟੈਂਸ ਨੂੰ ਚੈੱਕ ਕਰਾਂਗੇ, ਇਹਦੀ ਰੈਜ਼ਿਸਟੈਂਸ ਚੈੱਕ ਕਰਾਂਗੇ, ਤਾਂ ਹਰੇਕ ਜਿਹੜਾ ਜੰਤਰ ਆ ਉਹਦੀ ਕੋਈ ਨਾ ਕੋਈ ਰੈਜ਼ਿਸਟੈਂਸ ਹੋਵੇਗੀ, ਹਰੇਕ ਜੰਤਰ ਦੀ ਕੋਈ ਨਾ ਕੋਈ ਰੈਜ਼ਿਸਟੈਂਸ ਹੁੰਦੀ ਹੈ। ਤਾਂ ਅਸਲ ਦੇ ਵਿੱਚ ਜੇ ਦੇਖਿਆ ਜਾਵੇ, ਜਿਹੜੀ ਇਹ ਰੈਜ਼ਿਸਟੈਂਸ ਲੱਗੀ ਹੋਈ ਹੈਗੀ, ਬਾਰ-ਬਾਰ ਅਸੀਂ ਇੱਥੇ ਮੰਨ ਲਓ ਉਹਨੇ ਆਪਾਂ ਘਰ ਦੇ ਵਿੱਚ 5 ਚੀਜ਼ਾਂ ਲਗਾਈਆਂ ਹੋਈਆਂ, ਇੱਕ ਬਲਬ ਲਗਾਇਆ ਹੋਇਆ ਹੈਗਾ, ਇੱਕ ਪੱਖਾ ਲਗਾਇਆ ਹੋਇਆ ਹੈਗਾ, ਇੱਕ ਸਾਡੇ ਕੋਲੇ ਕੁਝ ਹੋਰ ਲੱਗਿਆ ਹੋਇਆ, ਵਾਸ਼ਿੰਗ ਮਸ਼ੀਨ ਲੱਗੀ ਹੋਈ ਹੈਗੀ ਇੱਥੇ, ਹੈ ਨਾ, ਕੁਛ ਨਾ ਕੁਛ ਇੱਦਾਂ। ਤਾਂ ਬਾਰ-ਬਾਰ ਇਹਨਾਂ ਸਾਰਿਆਂ ਦੇ ਚਿੱਤਰ ਬਣਾਉਣੇ ਨੇਗੇ, ਜਿਹੜੇ ਸਾਡੀਆਂ ਤਸਵੀਰਾਂ ਬਣਾਉਣੀਆਂ ਇੰਨੀਆਂ ਔਖੀਆਂ ਹੁੰਦੀਆਂ ਨੇਗੀਆਂ। ਤਾਂ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਵੀ ਉਹ ਵਾਸ਼ਿੰਗ ਮਸ਼ੀਨ ਹੈਗੀ, ਜਾਂ ਉਹ ਬਲਬ ਹੈਗਾ, ਜਾਂ ਉਹ ਸਾਡੇ ਕੋਲੇ ਕੋਈ ਅੰਗੀਠੀ ਹੈਗੀ, ਜਾਂ ਕੋਈ ਹੀਟਰ ਹੈਗਾ। ਸਾਨੂੰ ਸਿਰਫ ਮਤਲਬ ਇਸ ਚੀਜ਼ ਤੋਂ ਆਗਾ ਵੀ ਜਿਹੜਾ ਵੀ ਉਹ ਜੰਤਰ ਆ, ਉਹਦੇ ਅੰਦਰ ਜਿਹੜੀ ਵਾਈਂਡਿੰਗ ਪਾਈ ਹੋਈ ਆ, ਉਹਦੀ ਜਿਹੜੀ ਰੈਜ਼ਿਸਟੈਂਸ ਜਿਹੜੀ ਹੈਗੀ ਉਹ ਕਿੰਨੀ ਆ। ਕਿਉਂਕਿ ਰੈਜ਼ਿਸਟੈਂਸ ਨੇ ਹੀ ਸਾਨੂੰ ਦੱਸਣਾ ਵੀ ਉਹ ਜਿਹੜਾ ਤੁਹਾਡਾ ਜੰਤਰ ਆ ਉਹ ਕਿੰਨਾ ਕਰੰਟ ਲਵੇਗਾ ਤੇ ਕਿੰਨੀ ਉੱਥੇ ਵੋਲਟੇਜ ਦੇਵਾਂਗੇ। ਮੰਨ ਲਓ ਕੋਈ ਬਲਬ ਹੈਗਾ, ਜੇ ਕਿਸੇ ਬਲਬ ਦੇ ਉੱਪਰ ਲਿਖਿਆ ਵੀ ਇਹ ਬਲਬ ਭਾਈ ਸਾਡਾ 100 ਓਮ ਦਾ ਬਣਿਆ ਹੋਇਆ ਹੈਗਾ, ਤਾਂ ਸਾਨੂੰ ਪਤਾ ਵੀ ਸਾਡੇ ਘਰ ਦੇ ਵਿੱਚ ਜ਼ਿਆਦਾਤਰ ਜਿਹੜੀ ਵੋਲਟੇਜ ਆਉਂਦੀ ਹੈਗੀ 200 ਵੋਲਟ ਆਉਂਦੀ ਹੈ ਨਾ, ਮੰਨ ਲਓ 230 ਥਾਂ ਤੇ 200 ਮੰਨ ਲਓ ਚਲੋ ਆਪਾਂ। ਤਾਂ ਇੱਥੋਂ ਸਾਨੂੰ ਪਤਾ ਲੱਗ ਗਿਆ ਬਲਬ ਦੇ ਉੱਪਰ 100 ਲਿਖਿਆ ਸੀਗਾ, ਤਾਂ ਜਿਹੜਾ ਸਾਡਾ ਕਰੰਟ ਹੋਊਗਾ ਉਹ B ਵੰਡ R ਹੁੰਦਾ, ਮਤਲਬ 200 ਵੰਡ 100 ਹੁੰਦਾ। ਮਤਲਬ ਇੱਕ ਬਲਬ ਜਿਹਦਾ 100 ਓਮ ਦੀ ਰੈਜ਼ਿਸਟੈਂਸ ਆ, ਉਹ ਵੱਧ ਤੋਂ ਵੱਧ ਕਿੰਨਾ ਕਰੰਟ ਲਊਗਾ? 2 ਐਂਪੀਅਰ ਕਰੰਟ ਲਊਗਾ। ਤਾਂ ਸਾਨੂੰ ਇਹ ਇੱਥੋਂ ਪਤਾ ਲੱਗ ਜਾਂਦਾ ਹੈਗਾ।
ਤਾਂ ਰੈਜ਼ਿਸਟੈਂਸ ਦੇ ਵਾਸਤੇ ਜਦੋਂ ਵੀ ਸਾਨੂੰ ਇਹ ਦਿਖੂਗਾ ਨਾ ਆਹ ਰੈਜ਼ਿਸਟੈਂਸ, ਤਾਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ, ਸਾਫ਼ ਹੋ ਜਾਣੀ ਚਾਹੀਦੀ ਹੈ, ਪ੍ਰੈਕਟੀਕਲੀ ਇਹ ਕੋਈ ਨਾ ਕੋਈ ਜੰਤਰ ਹੈਗਾ, ਜਿਹੜਾ ਜੰਤਰ ਰੈਜ਼ਿਸਟੈਂਸ ਦੇ ਫਾਰਮ ਦੇ ਵਿੱਚ, ਰੈਜ਼ਿਸਟੈਂਸ ਦੀ ਸ਼ੇਪ ਦੇ ਵਿੱਚ ਦਿਖਾਇਆ ਗਿਆ ਹੈਗਾ। ਓਕੇ ਜੀ, ਕਲੀਅਰ ਹੋ ਗਈ ਜੀ ਇਹ ਗੱਲ। ਤਾਂ ਇਹ ਰੈਜ਼ਿਸਟੈਂਸ ਜਿਹੜੀ ਲੱਗੀ ਹੋਈ ਹੈ ਇੱਥੇ ਵੀ ਇਹ ਕੋਈ ਨਾ ਕੋਈ ਤਾਂ ਜੰਤਰ ਹੋਵੇਗਾ ਹੀ ਹੋਵੇਗਾ। ਠੀਕ ਹੈ ਜੀ। ਤੇ ਜਿਹੜੀ ਇਹ ਰੈਜ਼ਿਸਟੈਂਸ ਹੁੰਦੀ ਹੈਗੀ, ਜਿੰਨਾ ਦੇਖੋ ਨਾ ਜੀ, ਇੱਕ ਚੀਜ਼ ਹੋਰ ਸੁਣੋ, ਮੰਨ ਲਓ ਤੁਹਾਡੇ ਘਰ ਦੇ ਵਿੱਚ ਸਪਲਾਈ ਤਾਂ ਜਿਹੜੀ ਹੁੰਦੀ ਆ ਹਮੇਸ਼ਾ ਉਹ 220 ਵੋਲਟ ਹੀ ਆਉਂਦੀ ਹੈ। ਘਰ ਦੇ ਵਿੱਚ ਜਿਹੜੀ ਸਪਲਾਈ ਆਉਂਦੀ ਹੈ ਹਮੇਸ਼ਾ 220 ਵੋਲਟ ਆਉਂਦੀ ਹੈ ਨਾ। ਹੁਣ ਕੁਝ ਚੀਜ਼ਾਂ ਜਿਹੜੀਆਂ ਨੇ ਤੁਹਾਡੀ 1 ਐਂਪੀਅਰ ਕਰੰਟ ਲੈਂਦੀਆਂ ਨੇ, ਕੋਈ 2 ਲੈਂਦੀ ਆ, ਕੋਈ 4 ਲੈਂਦੀ ਆ, ਕੋਈ 5 ਲੈਂਦੀ ਆ। ਹੁਣ ਇਹ ਸਾਰਾ ਜਿਹੜਾ ਖੇਡ ਆ ਉਹ ਕਾਹਦਾ ਹੁੰਦਾ? ਉਹ ਸਾਰਾ ਖੇਡ ਵਿੱਚ ਇਸ ਰੈਜ਼ਿਸਟੈਂਸ ਦਾ ਹੀ ਹੁੰਦਾ ਹੈਗਾ। ਸਾਰਾ ਖੇਡ ਰੈਜ਼ਿਸਟੈਂਸ ਦਾ ਹੀ ਹੁੰਦਾ। ਜਦੋਂ ਤੁਸੀਂ ਜਿਹੜਾ ਪਲੱਗ ਹੁੰਦਾ, ਪਲੱਗ ਦੇ ਵਿੱਚ ਮੰਨ ਲਓ ਤੁਸੀਂ 2 ਤਾਰਾਂ ਪਾ ਲਓ, 220 ਵੋਲਟ ਆ ਰਹੀ ਹੈ ਇੱਥੇ। ਇਹ 2 ਤਾਰਾਂ ਨੂੰ ਜੇ ਕਿਤੇ ਗਲਤੀ ਨਾਲ ਉਹ 'ਚ ਨੇੜੇ ਲੱਗ ਜਾਣ ਤਾਂ ਇੱਥੇ ਪਟਾਕਾ ਪੈਂਦਾ ਨਾ ਬਹੁਤ ਵੱਡਾ। ਉਹਦਾ ਕਾਰਨ ਕੀ ਹੁੰਦਾ? ਜਿਹੜੀਆਂ ਇਹ ਤਾਰਾਂ ਨੇਗੀਆਂ, ਇੱਥੇ ਕੋਈ ਰੈਜ਼ਿਸਟੈਂਸ ਨਹੀਂ ਹੈਗੀ ਸੀਗੀ ਜਿਹੜੀ ਕਰੰਟ ਨੂੰ ਰੋਕਦੀ। ਜੇ ਇੱਥੇ ਇਹ 2 ਤਾਰਾਂ ਜਿਹੜੀਆਂ ਅਸੀਂ ਇਕੱਠੀਆਂ ਕਰਤੀਆਂ, ਤਾਂ ਤਾਰ ਦੀ ਰੈਜ਼ਿਸਟੈਂਸ ਅਸੀਂ 0 ਮੰਨ ਕੇ ਚੱਲਦੇ ਆਂਗੇ, ਤੇ ਇਹਦੀ ਕੋਈ ਰੈਜ਼ਿਸਟੈਂਸ ਨਹੀਂ ਹੈਗੀ। ਜੇ ਰੈਜ਼ਿਸਟੈਂਸ ਹੈ ਨਹੀਂ ਸੀਗੀ ਤਾਂ ਸਾਡਾ ਇੱਥੇ ਕਰੰਟ ਇੰਨਾ ਜ਼ਿਆਦਾ ਫਲੋ ਹੋ ਗਿਆ ਵੀ ਉਹ ਕੰਟਰੋਲ ਨਹੀਂ ਹੋਇਆ ਹੈਗਾ, ਕਿਉਂਕਿ ਰੋਕਣ ਵਾਲਾ ਤਾਂ ਕੋਈ ਉੱਥੇ ਹੈ ਹੀ ਨਹੀਂ। ਜਿਵੇਂ ਵੈਲਡਿੰਗ ਦੇ ਵਿੱਚ ਨਹੀਂ ਹੁੰਦਾ ਹੈਗਾ ਵੀ ਕਰੰਟ ਪਤਾ ਨਹੀਂ ਕਿੰਨਾ ਫਲੋ ਹੋ ਰਿਹਾ। ਵੈਲਡਿੰਗ ਦੇ ਵਿੱਚ ਦੇਖੋ ਜੀ, ਆਪਾਂ ਕੋਈ ਵੀ ਆਪਾਂ ਸ਼ੋਲਡਰ ਆਇਆ, ਜਿਹੜਾ ਸਾਡਾ ਸ਼ੋਲਡਰ ਹੁੰਦਾ, ਜਿਹੜੀ ਆਰਕ ਵੈਲਡਿੰਗ ਹੁੰਦੀ ਆ, ਉੱਥੇ ਅੱਗ ਨਿਕਲਦੀ ਹੈ ਨਾ ਸਾਡੀ। ਤਾਂ ਉਹੀ ਚੀਜ਼ ਇੱਥੇ ਹੋ ਗਈ ਸੀਗੀ। ਬਸ ਸ਼ੋਲਡਰ ਦੇ ਵਿੱਚ ਵੋਲਟੇਜ ਬਹੁਤ ਜ਼ਿਆਦਾ ਘੱਟ ਹੁੰਦੀ ਹੈਗੀ, ਤਾਂ ਕਰਕੇ ਕੋਈ ਦਿੱਕਤ ਨਹੀਂ ਹੁੰਦੀ। ਇੱਥੇ ਵੋਲਟੇਜ ਵੀ ਬਹੁਤ ਜ਼ਿਆਦਾ ਹੁੰਦੀ, ਤਾਂ ਕਰਕੇ ਵੋਲਟੇਜ ਦਾ ਕਰਕੇ ਪ੍ਰੈਸ਼ਰ ਇੰਨਾ ਜ਼ਿਆਦਾ ਹੁੰਦਾ ਵੀ ਇੱਥੇ ਇੰਨਾ ਜ਼ਿਆਦਾ ਧੱਕਾ ਵੱਜਦਾ ਜਿਹੜਾ ਸਾਡੇ ਪਟਾਕੇ ਪਾ ਦਿੰਦਾ। ਇਹਦਾ ਮਤਲਬ ਜਦੋਂ ਅਸੀਂ 2 ਤਾਰਾਂ ਨੂੰ ਕਿਸੇ ਪਲੱਗ ਦੇ ਵਿੱਚ ਪਾਉਣੇ ਆਗੇ ਉਦੋਂ ਤਾਂ ਪਟਾਕੇ ਪੈਂਦੇ ਹੈਗੇ, ਪਰ ਜੇ ਕਿਸੇ ਜੰਤਰ ਦੀਆਂ 2 ਤਾਰਾਂ ਜਿਹੜੀਆਂ ਹੁੰਦੀਆਂ ਨੇ ਉਹਨੂੰ ਕਿਸੇ ਪਲੱਗ ਦੇ ਵਿੱਚ ਪਾਉਣੇ ਆਗੇ ਉਦੋਂ ਤਾਂ ਕੋਈ ਪਟਾਕਾ ਪੈਂਦਾ ਨਹੀਂ ਹੈਗਾ। ਇਹਦਾ ਮਤਲਬ ਸਿਰਫ ਇੱਕੋ ਹੀ ਹੈਗਾ ਵੀ ਜੰਤਰ ਦੇ ਅੰਦਰ ਜਿਹੜੀਆਂ ਸਾਡੇ ਜਿਹੜੇ ਬਿਜਲੀ ਜੰਤਰ ਹੈਗੇ, ਇਹਨਾਂ ਦੇ ਅੰਦਰਲੇ ਪਾਸੇ ਜਿਹੜੀ ਵਾਈਂਡਿੰਗ ਪਾਈ ਹੋਈ ਆ ਉਹ ਅਸੀਂ ਪਤਲੀ ਪਾਈ ਹੋਈ ਆ, ਉਹ ਇੰਨੀ ਕੁ ਪਾਈ ਹੋਈ ਆ, ਉਹ ਇੰਨੀ ਕੁ ਲੰਬੀ ਪਾਈ ਹੋਈ ਹੈਗੀ ਅਸੀਂ ਵੀ ਉਹਦੇ ਅੰਦਰ ਜਿਹੜਾ ਕਰੰਟ ਹੈਗਾ ਉਹ ਉਦੋਂ ਪੁੱਛ ਕੇ ਲੰਘੇ ਵੀ ਕਿੰਨਾ ਲੰਘਣਾ, ਪੁੱਛ ਕੇ ਲੰਘੇ ਉਹ ਤੋਂ ਵੀ ਕਿੰਨਾ ਕਰੰਟ ਲੰਘਾਇਆ ਜਾਊਗਾ ਇੱਥੋਂ ਦੀ। ਪੁੱਛ ਕੇ ਲੰਘਣ ਦਾ ਮਤਲਬ ਕੀ ਹੈਗਾ ਵੀ ਉਹਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਕਰੰਟ ਲੰਘਦਾ ਹੈਗਾ, ਉਹਦੇ ਹਿਸਾਬ ਨਾਲ ਹੀ ਲੰਘਦਾ। ਇੱਕ ਪਾਰਟੀਕੂਲਰ ਸਪੋਜ਼ ਕਰੋ ਕਰੰਟ ਦੀ ਵੈਲਿਊ ਜਿਹੜੀ ਹੁੰਦੀ ਆ ਉਹ ਵੋਲਟੇਜ ਬਟੇ, ਜੇ ਆਪਾਂ ਰੈਜ਼ਿਸਟੈਂਸ ਦੀ ਗੱਲ ਕਰੀਏ, ਜੇ 200 ਵੋਲਟ ਆ, 200 ਓਮ ਰੈਜ਼ਿਸਟੈਂਸ ਆ ਤੇ 200 ਵੋਲਟ ਆ, ਤਾਂ ਆਹ ਵੋਲਟੇਜ ਜਦੋਂ 200 ਓਮ ਤੋਂ ਪੁੱਛੂ ਵੀ ਕਿੰਨਾ ਕਰੰਟ ਲੰਘਾ ਵਾ ਮੈਂ, ਤਾਂ ਕਿੰਨੇ ਕਹੂਗਾ ਇਹ ਰੈਜ਼ਿਸਟੈਂਸ? 1 ਐਂਪੀਅਰ ਕਰੰਟ ਲੰਘਾ ਲਾ ਭਾਈ ਤੂੰ। ਤੇ ਜੇ ਮੈਂ 200 ਨੂੰ ਡਿਵਾਈਡ ਕਰਦਾ, ਜੇ ਇੱਥੇ 200 ਦੀ ਥਾਂ ਤੇ ਜੇ ਸਿਰਫ 100 ਓਮ ਦਾ ਹੋਵੇ ਜੰਤਰ ਦੀ ਰੈਜ਼ਿਸਟੈਂਸ, ਤਾਂ ਇਹਦਾ ਮਤਲਬ ਇਹ ਕੀ ਦੱਸ ਰਿਹਾ ਹੈਗਾ? 100 ਓਮ ਦੱਸ ਰਿਹਾ ਮੇਰੇ ਅੰਦਰ ਜਿਹੜਾ ਕਰੰਟ ਲੰਘੂ 2 ਐਂਪੀਅਰ ਲੰਘੂ, ਇਸ ਤੋਂ ਵੱਧ ਨਹੀਂ ਲੰਘੂਗਾ। ਪਰ ਜਦੋਂ ਹੁਣ ਤੁਸੀਂ ਕੋਈ ਤਾਰ ਨੂੰ ਸਿੱਧੇ ਹੀ ਸ਼ਾਰਟ ਕਰਤਾ, ਕੋਈ ਇੱਥੇ ਰੈਜ਼ਿਸਟੈਂਸ ਲਗਾਈ ਹੋਣੀ 0 ਲਗਾਤੀ, ਤਾਂ ਇੱਥੇ ਦੱਸਣ ਵਾਲਾ ਕੌਣ? ਹੈ ਹੀ ਨਹੀਂ ਕੋਈ ਦੱਸਣ ਵਾਲਾ। ਮੇਰਾ ਮੀਆਂ ਘਰ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ, ਤਾਂ ਕਰੰਟ ਤਾਂ ਫਿਰ ਬੇਕਾਬੂ ਹੋ ਜਾਏਗਾ। ਕਰੰਟ ਬੇਕਾਬੂ ਹੋ ਜੂ, ਪਤਾ ਹੀ ਨਹੀਂ ਕਿੰਨਾ ਕਰੰਟ ਫਲੋ ਹੋਊਗਾ, ਸ਼ਾਰਟ ਸਰਕਟ ਹੋ ਜਾਊਗਾ। ਇਹੀ ਤਾਂ ਸ਼ਾਰਟ ਸਰਕਟ ਹੁੰਦਾ। ਘਰ ਦੇ ਵਿੱਚ ਆ ਕੇ 2 ਤਾਰਾਂ ਤੁਸੀਂ ਜਿਹੜੀਆਂ ਬਾਹਰਲੇ ਪਾਸੇ ਤਾਰਾਂ ਆ ਰਹੀਆਂ ਹੁੰਦੀਆਂ, ਜਦੋਂ ਕਦੇ ਵੀ ਇਹਦੇ ਉੱਪਰ ਕੋਈ ਪਕਸ਼ੀ ਬੈਠ ਕੇ ਇਹਨਾਂ ਨੂੰ ਸ਼ਾਰਟ ਕਰ ਦਿੰਦਾ ਜਾਂ ਕੋਈ ਚੀਜ਼ ਜੁੜ ਜਾਂਦੀ ਹੈਗੀ, ਉਦੋਂ ਪਟਾਕੇ ਪੈਂਦੇ ਦੇਖਿਆ ਤਾਰਾਂ ਦੇ? ਉਹ ਪਟਾਕੇ ਤਾਂ ਹੀ ਪੈਂਦੇ ਆ ਕਿਉਂਕਿ ਉੱਥੇ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹ 0 ਹੁੰਦੀ ਆ। ਤਾਂ ਪਲੱਗ ਦੇ ਵਿੱਚ ਜਿਹੜੀ ਵੀ ਚੀਜ਼ ਅਸੀਂ ਪਾਉਣੀ ਹੈਗੀ, ਪਲੱਗ ਦੇ ਵਿੱਚ ਜਿਹੜੀ ਵੀ ਚੀਜ਼ ਅਸੀਂ ਪਾਉਣੀ ਆ, ਉਸ ਜੰਤਰ ਦੀ ਆਪਣੇ ਅੰਦਰ ਰੈਜ਼ਿਸਟੈਂਸ ਕੋਈ ਨਾ ਕੋਈ ਹੋਣੀ ਚਾਹੀਦੀ ਆ। ਤੁਹਾਨੂੰ ਪਤਾ ਹਰੇਕ ਦੇ ਉੱਪਰ, ਤਾਂ ਹਰ ਜੰਤਰ ਦੇ ਉੱਪਰ 2 ਗੱਲਾਂ ਜ਼ਰੂਰ ਲਿਖੀਆਂ ਹੋਣਗੀਆਂ। ਇੱਕ ਤਾਂ ਉੱਥੇ ਲਿਖੀ ਹੋਈ ਹੁੰਦੀ ਹੈਗੀ ਵੋਲਟੇਜ ਇੱਕ ਤਾਂ ਲਿਖੀ ਹੁੰਦੀ ਹੈਗੀ ਉਹਦੇ ਉੱਪਰ ਵੀ ਇਹ ਭਾਈ 220 ਵੋਲਟ 'ਤੇ ਚੱਲਣ ਵਾਸਤੇ ਬਣਿਆ ਹੋਇਆ ਹੈਗਾ। ਇੱਕ ਉਹਦੇ ਉੱਪਰ ਲਿਖਿਆ ਹੁੰਦੀ ਆ ਪਾਵਰ, ਕਿ ਵੱਧ ਤੋਂ ਵੱਧ ਇਹ ਜਿਹੜੀ ਪਾਵਰ ਆ ਉਹ ਕਿੰਨੀ ਕੱਢੇ ਆ। ਇੱਕ ਲਿਖੀ ਹੁੰਦੀ ਆ ਉਹਦੇ ਉੱਪਰ ਪਾਵਰ ਕਿੰਨੀ ਹੋਵੇਗੀ ਉਹਦੀ। ਇਹ 2 ਗੱਲਾਂ ਜ਼ਰੂਰ ਲਿਖੀਆਂ ਹੁੰਦੀਆਂ ਨੇ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ ਇਹ ਕਿਉਂ ਲਿਖੀਆਂ ਹੁੰਦੀਆਂ? ਇਹ ਸਾਨੂੰ ਇਹੀ ਦੱਸਦੀਆਂ ਨੇ ਵੀ ਇਹਨਾਂ ਦੋਨਾਂ ਦੇ ਵਿੱਚੋਂ ਤੁਹਾਨੂੰ ਅੱਗੇ ਇੱਕ ਫਾਰਮੂਲਾ ਆਊਗਾ। ਉਹ ਫਾਰਮੂਲਾ ਕੀ ਹੋਊਗਾ? ਵੀ ਜੇ ਰੈਜ਼ਿਸਟੈਂਸ ਦਾ ਇੱਕ ਫਾਰਮੂਲਾ ਇੱਥੇ ਕਰ ਲੈਂਦੇ ਆਪਾਂ ਵੀ ਪਾਵਰ ਜਿਹੜੀ ਹੁੰਦੀ ਹੈਗੀ ਉਹ V² / R ਹੁੰਦੀ ਹੈਗੀ। ਇੱਥੋਂ ਰੈਜ਼ਿਸਟੈਂਸ ਅਸੀਂ ਜੇ ਕੱਢਣੀ ਹੋਵੇ, ਰੈਜ਼ਿਸਟੈਂਸ ਸਾਡੀ ਕੀ ਨਿਕਲਦੀ, ਇਹਨੂੰ ਇੱਧਰ ਲੈ ਜਾਵਾਂਗੇ ਆਪਾਂ, ਉੱਪਰ ਚੱਲ ਜੂਗਾ, ਇੱਧਰ ਜਾ ਕੇ P ਇਹਦੇ ਥੱਲੇ ਆ ਜੂ, V² / P ਆ ਜੂ। ਇੱਥੋਂ ਸਾਨੂੰ ਪਤਾ ਲੱਗ ਜਾਂਦਾ ਨਾ ਵੀ ਰੈਜ਼ਿਸਟੈਂਸ ਹੈ ਕਿੰਨੀ ਹੈਗੀ।
ਤਾਂ ਇਹ ਰੈਜ਼ਿਸਟੈਂਸ ਦੱਸਣ ਵਾਸਤੇ ਹੀ ਹੁੰਦਾ ਤਾਂ ਕਿ ਸਾਨੂੰ ਪਤਾ ਲੱਗ ਸਕੇ। ਘਰ ਦੇ ਵਿੱਚ ਜੇ 5 ਬੱਲਬ ਪਏ ਹੋਣ, ਸਾਨੂੰ ਪਤਾ ਹੋਵੇ ਵੀ ਰੈਜ਼ਿਸਟੈਂਸ ਇੰਨੀ ਹੈਗੀ, 220 ਵੋਲਟ ਨਾਲ ਇੰਨੀ ਰੈਜ਼ਿਸਟੈਂਸ ਨੂੰ ਲਗਾਵਾਂਗੇ ਸਾਡਾ ਕਰੰਟ ਇੰਨਾ ਬਣ ਜੂਗਾ, ਅਤੇ ਉਹ ਕਰੰਟ ਦੇ ਹਿਸਾਬ ਨਾਲ ਚਾਹੇ ਅਸੀਂ ਫਿਊਜ਼ ਲਗਾ ਲਈਏ, ਹੁਣ ਕੁਝ ਵੀ ਕਰ ਸਕਦੇ ਹਾਂ, ਜਾਂ ਤਾਰ ਉਸ ਹਿਸਾਬ ਨਾਲ ਪਾ ਸਕਦੇ ਹਾਂਗੇ ਆਪਾਂ। ਠੀਕ ਹੈ ਜੀ, ਇਹ ਜਰਨਲ ਇਨਫੋਰਮੇਸ਼ਨ ਮਿਲਦੇ ਆਂਗੇ। ਹਜੇ ਆਪਾਂ ਇਸ ਫਾਰਮੂਲੇ ਦੇ ਉੱਪਰ ਜੰਪ ਨਹੀਂ ਕਰਦੇ, ਵਾਪਸ ਫਿਰ ਸਿਰਫ ਇੱਕੋ ਹੀ ਫਾਰਮੂਲੇ ਦੇ ਉੱਪਰ ਆਉਣੇ ਆ, V=IR ਦੇ ਉੱਪਰ। ਚਲੋ ਆ ਜਾਓ ਜੀ ਵਾਪਸ। ਅਗਲਾ ਕੁਐਸਚਨ ਮੈਂ ਤੁਹਾਡੇ ਤੋਂ ਪੁੱਛਣ ਲੱਗਿਆਗਾ। ਇਸ ਤੋਂ ਪਹਿਲਾਂ ਇੱਕ ਫਾਰਮੂਲਾ ਹੋਰ ਕਰਨਾਗਾ। ਉਹ ਫਾਰਮੂਲਾ ਜਿਹੜੀ ਰੈਜ਼ਿਸਟੈਂਸ ਹੁੰਦੀ ਆ, ਆਪਾਂ ਕਿਉਂਕਿ ਰੈਜ਼ਿਸਟੈਂਸ ਬਾਰੇ ਪੜ੍ਹ ਰਹੇ ਹਾਂ ਨਾ, ਪ੍ਰਤੀਰੋਧ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆਂਗੇ, ਪ੍ਰਤੀਰੋਧ, ਇਹਦੇ ਬਾਰੇ ਪੜ੍ਹ ਰਹੇ ਆਂਗੇ ਆਪਾਂ। ਇਹ ਜਿਹੜਾ ਪ੍ਰਤੀਰੋਧ ਹੁੰਦਾ ਗਾ, ਇਹਦਾ ਇੱਕ ਫਾਰਮੂਲਾ ਹੁੰਦਾ ਗਾ, R ਬਰਾਬਰ ਹੈ ρ L/1A। ਇਹਦੇ ਵਿੱਚ ਜਿਹੜੀ ਰੋ ਹੈਗੀ, ਇਹਨੂੰ ਤਾਂ ਆਪਾਂ ਕਹਿੰਦੇ ਆਂਗੇ ਮਟੀਰੀਅਲ ਦੀ ਕਿਸਮ। ਮਟੀਰੀਅਲ ਜਿਹੜਾ ਅਸੀਂ ਯੂਜ਼ ਕਰ ਰਹੇ ਹਾਂ, ਮਟੀਰੀਅਲ ਦੀ ਕਿਸਮ ਕਿੱਦਾਂ ਦੀ ਹੈਗੀ। ਕਿਸਮ ਦਾ ਕੀ ਮਤਲਬ ਆ ਵੀ ਜੇ ਸਾਡੇ ਕੋਲੇ ਕੋਈ ਲੋਹੇ ਦਾ ਮਟੀਰੀਅਲ ਹੈਗਾ ਤਾਂ ਉਹਦੇ ਵਿੱਚ ਰੈਜ਼ਿਸਟੈਂਸ ਜਿਹੜੀ ਹੋਊਗੀ ਉਹ ਘੱਟ ਹੋਏਗੀ। ਜਿਹੜੀਆਂ ਸਾਡੀਆਂ ਮੈਟਲਸ ਹੁੰਦੀਆਂ ਨੇ ਨਾ, ਧਾਤਾਂ ਹੁੰਦੀਆਂ ਨੇ ਜਿੰਨੀਆਂ ਵੀ ਸਾਡੀਆਂ, ਜ਼ਿਆਦਾਤਰ ਸਾਰੀਆਂ ਧਾਤਾਂ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਉਹਦੀ ਕਿਸਮ ਉਹ ਘੱਟ ਹੁੰਦੀ ਆ, ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਆ। ਜੋ ਤੀਰ ਜੇ ਮੈਂ ਲਿਖਦਾ ਉਹਨਾਂ ਹੇਠਾਂ ਨੂੰ, ਇਹਦਾ ਮਤਲਬ ਘੱਟ ਹੋਊਗਾ, ਜਿੱਥੇ ਮੈਂ ਤੀਰ ਉੱਪਰ ਨੂੰ ਪਾਊਂਗਾ ਇਹਦਾ ਮਤਲਬ ਹੋਊਗਾ ਵੱਧ। ਇਹ ਯਾਦ ਰੱਖਣਾ ਗਾ, ਬਾਰ-ਬਾਰ ਘੱਟ ਜਾਂ ਵੱਧ ਲਿਖਣ ਦੀ ਥਾਂ 'ਤੇ ਮੈਂ ਆਹ ਲਿਖਦਾ ਹੁੰਦਾ ਗਾ। ਤਾਂ ਬੱਚੇ ਜਿਹੜੀਆਂ ਵੀ ਧਾਤਾਂ ਹੁੰਦੀਆਂ ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਘੱਟ ਹੁੰਦੀ ਹੈ। ਇਹਦਾ ਮਤਲਬ ਕੋਈ ਵੀ ਮਟੀਰੀਅਲ ਦੇ ਅੰਦਰ ਜੋ ਕਿਸ ਮਟੀਰੀਅਲ ਦਾ ਬਣਿਆ ਹੋਇਆ, ਉਹਦੀ ਕਿਸਮ ਕੀ ਹੈ, ਇੱਥੋਂ ਵੀ ਪਤਾ ਲੱਗਦਾ ਵੀ ਉਹਦੀ ਰੈਜ਼ਿਸਟੈਂਸ ਕਿੰਨੀ ਹੋਏਗੀ। ਦੂਜੀ ਗੱਲ ਕੀ ਹੈਗੀ, ਦੂਜੀ ਗੱਲ ਦੇਖੋ, ਮੈਂ ਤੁਹਾਨੂੰ ਕਿਹਾ ਸੀ ਵੰਡ ਦੇ ਉੱਪਰ ਜਿਹੜੀ ਚੀਜ਼ ਲਿਖੀ ਹੋਈ ਆ ਇਹ ਹੈਗੀ ਡਾਇਰੈਕਟਲੀ। ਇਹਦਾ ਮਤਲਬ ਜਦੋਂ ਉੱਪਰ ਵਾਲੀ ਚੀਜ਼ ਵਧੇਗੀ ਤਾਂ ਆ ਵੀ ਵਧੇਗਾ। ਇਹਦਾ ਮਤਲਬ ਕੀ ਹੈਗਾ, ਲੈਂਥ ਦੇ ਵਧਣ ਨਾਲ ਲੰਬਾਈ, L ਹੁੰਦੀ ਹੈ ਲੰਬਾਈ, ਲੰਬਾਈ ਦੇ ਵਧਣ ਨਾਲ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹ ਵੀ ਵੱਧ ਜਾਂਦੀ ਹੈ। ਇਹ ਗੱਲ ਯਾਦ ਰੱਖਣੀ ਆ ਕਿ ਮੰਨ ਲਓ ਸਾਡੇ ਕੋਲ ਬਿਲਕੁਲ ਦੋ ਇੱਕੋ ਜਿਹੀਆਂ ਤਾਰਾਂ ਨੇਗੀਆਂ, ਇੱਥੋਂ ਲੈ ਕੇ ਕਾਹਾ ਤਾਰ ਹੈਗੀ, ਸੇਮ ਉੱਦਾਂ ਦੀ ਤਾਰ ਆ ਜਿਹੜੀ ਉਹ ਇੱਕ ਇੱਥੇ ਹੈਗੀ, ਤਾਂ ਇਹ ਗੱਲ ਪੱਕੀ ਹੈਗੀ ਵੀ ਇਹਦੀ ਜਿਹੜਾ ਏਰੀਆ ਵੀ ਬਰਾਬਰ ਆ, ਇਹਦੀ ਲੈਂਥ ਵੱਡੀ ਆ ਨਾ, ਇਹਦੀ L ਏਡੀ ਕੁ ਹੈਗੀ, ਇਹਦੀ L ਏਡੀ ਹੈਗੀ। ਤਾਂ ਲੈਂਥ ਦੇ ਵਧਣ ਦੇ ਨਾਲ ਇਸ ਤਾਰ ਦੀ ਜਿਹੜੀ ਰੈਜ਼ਿਸਟੈਂਸ ਹੋਏਗੀ, ਜੇ ਇਸ ਤਾਰ ਦੀ ਰੈਜ਼ਿਸਟੈਂਸ 2 ਓਮ ਆ ਗਈ ਸਪੋਜ਼ ਮੰਨਿਆ ਗਾ, ਤਾਂ ਇਹਦੀ 3 ਜਾਂ 4 ਓਮ ਹੋਵੇਗੀ। ਜਦੋਂ ਸੇਮ ਵੋਲਟੇਜ ਦੇ ਉੱਪਰ ਇਸ ਤਾਰ ਨੂੰ ਲਗਾਵਾਂਗੇ, ਉਹਦੇ ਵਿੱਚ ਜਿਹੜਾ ਵੀ ਕਰੰਟ ਫਲੋ ਹੋਊਗਾ ਉਹ ਵੱਧ ਹੋਊਗਾ, ਇਹਦੇ ਵਿੱਚ ਕਰੰਟ ਸਾਡਾ ਇਸ ਤਾਰ ਦੇ ਵਿੱਚ ਜਿਹੜਾ ਕਰੰਟ ਫਲੋ ਹੋਊਗਾ ਉਹ ਘੱਟ ਹੋਊਗਾ। ਤਾਂ ਜਿੰਨੀ ਲੈਂਥ ਲੰਬੀ ਹੋਏਗੀ ਓਨੀ ਜਿਹੜੀ ਸਾਡੀ ਹੈਗੀ ਜਿਹੜੀ ਰੈਜ਼ਿਸਟੈਂਸ ਆ ਜਿਹੜੀ ਸਾਡੀ ਓਨੀ ਜ਼ਿਆਦਾ ਆ। ਮੈਂ ਰੈਜ਼ਿਸਟੈਂਸ ਨੂੰ ਹਮੇਸ਼ਾ ਵਿੱਚ ਕੰਪੇਅਰ ਕਰਦਾ ਹੁੰਦਾ, ਕਾਹਦੇ ਨਾਲ, ਹਮੇਸ਼ਾ ਕੰਪੇਅਰ ਕਰਦਾ ਹੁੰਦਾ ਗਾ ਰੈਜ਼ਿਸਟੈਂਸ ਨੂੰ ਪ੍ਰਤੀਰੋਧ ਦੇ ਨਾਲ, ਜਾਂ ਫਿਰ ਆਪਾਂ ਕਹਿ ਲਓ ਘਰਸ਼ਣ ਦੇ ਨਾਲ, ਜਾਂ ਰਗੜ ਦੇ ਨਾਲ। ਮੈਂ ਪ੍ਰਤੀਰੋਧ ਇਹਨੂੰ ਕਰਦਾ ਹੁੰਦਾ ਗਾ ਰਗੜ ਕੀ ਹੈਗੀ, ਮੰਨ ਲਓ ਸਪੋਜ਼ ਕਰੋ ਕਿਸੇ ਇੱਕ ਸੰਦੂਕ ਆ ਬਹੁਤ ਵੱਡਾ, ਇੱਕ ਸੰਦੂਕ ਨੂੰ ਤੁਸੀਂ ਇੱਥੇ ਰੱਸੀ ਪਾਈ ਆ ਅਤੇ ਇੱਧਰ ਨੂੰ ਘੜੀਸਣਾ ਗਾ ਤੁਸੀਂ। ਜਦੋਂ ਇਹ ਰਗੜ ਖਾਵੇਗਾ ਇਹਨੂੰ ਤੁਸੀਂ, ਜੇ ਮੰਨ ਲਓ 100 ਮੀਟਰ ਘੜੀਸਣਾ, ਇਹਦੇ ਉੱਪਰ ਵੱਧ ਜ਼ੋਰ ਲੱਗੇਗਾ ਕਿ 200 ਮੀਟਰ ਘੜੀਸਣ 'ਤੇ ਵੱਧ ਜ਼ੋਰ ਲੱਗੇਗਾ। ਓਬਵੀਅਸਲੀ ਜਦੋਂ ਤੁਹਾਡੀ ਲੈਂਥ ਜਿੰਨੀ ਵਧੀ ਜਾਊਗੀ ਉਨੀ ਤੁਹਾਡੀ ਰਗੜ ਵਧੂਗੀ ਨਾ, ਤਾਂ ਲੈਂਥ ਜਿੰਨੀ ਤੁਹਾਨੂੰ ਵੱਧ ਘੜੀਸਣਾ ਪਏਗਾ ਉਨੀ ਤੁਹਾਡੀ ਜਿਹੜੀ ਰੈਜ਼ਿਸਟੈਂਸ ਆ ਗਈ ਉਹ ਜ਼ਿਆਦਾ ਹੋਏਗੀ। ਰੈਜ਼ਿਸਟੈਂਸ ਕਹਿ ਲਓ, ਚਾਹੇ ਫ੍ਰਿਕਸ਼ਨ ਕਹਿ ਲਓ, ਚਾਹੇ ਰਗੜ ਕਹਿ ਲਓ, ਰਗੜ ਉਨੀ ਵੱਧ ਹੋਏਗੀ ਜਿੰਨਾ ਜ਼ਿਆਦਾ ਖਿੱਚਣਾ ਪਏਗਾ। ਮਤਲਬ ਲੰਬਾਈ ਦੇ ਵਧਣ ਨਾਲ ਕੀ ਹੁੰਦਾ ਗਾ, ਲੰਬਾਈ ਦੇ ਵਧਣ ਨਾਲ ਹਮੇਸ਼ਾ ਸਾਡੀ ਰੈਜ਼ਿਸਟੈਂਸ ਵੱਧ ਜਾਂਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਤਾਂ ਹੀ ਤਾਂ ਅਸੀਂ ਕਹਿੰਦੇ ਵੀ ਜਿੰਨੀ ਤਾਰ ਛੋਟੀ ਪਵੇ ਕਿਸੇ ਵੀ ਜੰਤਰ ਨੂੰ ਤਾਂ ਵਧੀਆ ਗੱਲ ਹੈਗੀ। ਜੇ ਕੋਈ ਜੰਤਰ ਨੂੰ ਬਹੁਤ ਵੱਡੀ ਤਾਰ ਪਾ ਦੋਗੇ, ਇੱਕ ਜੰਤਰ ਆ ਕੋਈ, ਉਹਦੇ ਵਿੱਚ ਇੱਥੇ ਪੈਰਾਂ ਦੇ ਵਿੱਚ ਇਹਦੀ ਇਕੱਠੀ ਕਰਕੇ ਤਾਰ ਰੱਖੋਗੇ, ਜੇ ਪਾਓਗੇ ਤਾਂ ਆਹ ਤਾਰ ਦੀ ਆਪਦੀ ਰੈਜ਼ਿਸਟੈਂਸ ਇੰਨੀ ਜ਼ਿਆਦਾ ਵੱਧ ਜਾਂਦੀ ਹੁੰਦੀ ਹੈਗੀ, ਜਿਹਦੇ ਕਰਕੇ ਆਹ ਜੰਤਰ ਨੂੰ ਕਰੰਟ ਜਾਂਦਾ ਹੀ ਨਹੀਂ ਹੈਗਾ। ਜੇ ਕਰੰਟ ਨਹੀਂ ਜਾਵੇਗੀ ਫਿਰ ਇਹਦੇ ਵਿੱਚ ਪਾਵਰ ਜਾਂ ਵੋਲਟੇਜ ਪਾਵਰ ਕਿੱਥੋਂ ਪੈਦਾ ਹੋਵੇਗੀ। ਤਾਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈਗੀ ਜਿੰਨੀ ਤਾਰ ਆਪਣੀ ਛੋਟੀ ਹੋਊਗੀ, ਜਿੰਨੀ ਕੁ ਲੋੜ ਆ ਉਨੀ ਕੁ ਤਾਰ ਪਾਉਣ ਦਾ ਹੀ ਫਾਇਦਾ ਹੁੰਦਾ। ਤੁਸੀਂ ਦੇਖਿਆ ਘਰਾਂ ਦੇ ਵਿੱਚ ਜਿਹੜੇ ਸਾਡੇ ਘਰ ਟਰਾਂਸਫਾਰਮਰ ਤੋਂ ਬਹੁਤ ਦੂਰ ਚਲੇ ਜਾਂਦੇ ਨੇ, ਜਿਹੜੇ ਘਰ ਉਹਨਾਂ ਤੱਕ ਵੋਲਟੇਜ ਪਹੁੰਚਦੀ ਹੋਣੀ ਹੈਗੀ, ਕਿਉਂਕਿ ਉਹ ਜਿਹੜੀ ਆਹ ਤਾਰ ਹੁੰਦੀ ਹੈ ਇੰਨੀ ਲੰਬੀ ਤਾਰ, ਇਹਦੀ ਆਪਦੀ ਰੈਜ਼ਿਸਟੈਂਸ ਬਹੁਤ ਹੁੰਦੀ ਹੈਗੀ। ਜਿੰਨੀ ਲੰਬੀ ਹੋਈ ਜਾਊ ਤਾਰ ਦੀ ਰੈਜ਼ਿਸਟੈਂਸ ਵਧੀ ਜਾਂਦੀ ਹੈ ਨਾ। ਜੇ ਤਾਰ ਦੀ ਰੈਜ਼ਿਸਟੈਂਸ ਵਧੀ ਜਾਂਦੀ ਹੈ, ਲੰਬੀਆਂ ਤਾਰਾਂ ਦੀ ਰੈਜ਼ਿਸਟੈਂਸ ਜੇ ਵਧੀ ਜਾਂਦੀ ਹੈ, ਇਹਦੇ ਕਰਕੇ ਕੀ ਹੁੰਦਾ, ਰੈਜ਼ਿਸਟੈਂਸ ਕੀ ਕਰਦੀ ਆ, ਹਮੇਸ਼ਾ ਸਾਡੇ ਕਰੰਟ ਨੂੰ ਹੀ ਘਟਾਉਂਦੀ ਹੈ। ਇਹ ਤੁਹਾਡਾ ਜਿਹੜਾ ਕਰੰਟ ਹੈਗਾ ਉਹ ਘੱਟ ਪਹੁੰਚੇਗਾ ਇੱਥੇ। ਇਹਨੂੰ ਹੌਲੀ ਹੌਲੀ ਮੈਂ ਜਿੰਨਾ ਕੁ ਕਰਵਾਈ ਜਾਊਂਗਾ ਉਸ ਤਰੀਕੇ ਨਾਲ ਇਹਨੂੰ ਮੋਲਡ ਕਰਕੇ ਤੁਹਾਨੂੰ ਇਹਦੇ ਜਵਾਬ ਦੇਈ ਜਾਊਂਗਾ। ਠੀਕ ਹੈ ਜੀ, ਅੱਗੇ ਵੀ ਇਹਦੇ ਜਵਾਬ ਕਿਸੇ ਹੋਰ ਢੰਗ ਨਾਲ ਦੇਊਂਗਾ, ਕੋਈ ਗੱਲ ਨਹੀਂ। ਹੁਣ
ਦੂਜੀ ਗੱਲ ਕੀ ਰਹਿ ਗਈ ਸਾਡੀ, ਮੈਂ ਕੀ ਲਿਖਿਆ ਸੀਗਾ, ਆਰ ਬਰਾਬਰ ਹੈ ਰੋ ਐਲ ਬਟਾ ਏ। ਹੁਣ ਗੱਲ ਆ ਗਈ ਏਰੀਏ ਦੀ। ਇੱਕ ਪਾਈਪ ਦੀ ਗੱਲ ਲਓ ਵੀ ਇੱਕ ਪਾਈਪ ਆ ਤੁਹਾਡੇ ਕੋਲੇ, ਪਾਈਪ ਦਾ ਮੂੰਹ ਜਿੰਨਾ ਖੁੱਲ੍ਹਾ ਹੋਏਗਾ ਉਨਾ ਉਹਦੇ ਵਿੱਚੋਂ ਜਿਹੜਾ ਪਾਣੀ ਦਾ ਲੰਘਣਾ ਗਾ ਉਹ ਸੌਖਾ ਹੋਏਗਾ, ਸੌਖਾ ਲੰਘੂ ਪਾਣੀ। ਤਾਂ ਇਹਦਾ ਮਤਲਬ ਉਸੇ ਤਰੀਕੇ ਨਾਲ ਸਾਡੇ ਕੋਲੇ ਜੇ ਕੋਈ ਤਾਰ ਜਿੰਨੀ ਜ਼ਿਆਦਾ ਜਿਹੜਾ ਏਰੀਆ ਆਫ ਕ੍ਰੋਸ ਸੈਕਸ਼ਨ ਆ ਉਹਦਾ, ਜਿਹੜਾ ਏਰੀਆ ਗਾ, ਜਿਹੜਾ ਏਰੀਆ ਉਹਦਾ ਗਾ, ਕਿੰਨੀ ਚੌੜਾਈ ਆ ਉਹ ਤਾਰ ਦੀ, ਜਿੰਨਾ ਉਹ ਵੱਧ ਹੋਊਗਾ ਏਰੀਆ, ਜਿੰਨਾ ਵੱਧ ਹੋਊਗਾ, ਇਹ ਦੇਖੋ ਹੇਠਾਂ ਪਿਆ ਗਾ, ਵੰਡ 'ਚ ਪਿਆ। ਤਾਂ ਵੰਡ ਦੇ ਹੇਠਾਂ ਵਾਲੀ ਚੀਜ਼ ਜਿਹੜੀ ਜਿੰਨੀ ਵੱਡੀ ਹੁੰਦੀ ਹੈਗੀ ਉਨੀ ਜਿਹੜੀ ਆਹ ਚੀਜ਼ ਹੁੰਦੀ ਹੈ ਛੋਟੀ ਹੁੰਦੀ ਹੈ। ਇਹਦੀ ਐਗਜ਼ਾਮਪਲ ਦਿੰਦਾ ਤੁਹਾਨੂੰ, ਇਹਦੀ ਐਗਜ਼ਾਮਪਲ ਦਿੰਦਾ। ਸਪੋਜ਼ ਕਰੋ ਤੁਹਾਡੇ ਕੋਲ ਲਿਖਿਆ ਹੋਇਆ 10/2, ਇਹਦਾ ਆਨਸਰ ਕਿੰਨਾ ਆਉਂਦਾ ਹੁੰਦਾ? 10/2 ਨੂੰ ਵੰਡ ਕਰਾਂਗੇ ਆਪਾਂ 5 ਆਊਗਾ ਨਾ। ਇੱਥੇ 10 ਮੰਨ ਲਓ ਵੀ ਇਹ ਲੈਂਥ ਹੈਗੀ, ਏਰੀਆ ਮੰਨ ਲਓ 2 ਹੈਗਾ, ਏਰੀਆ ਹੈਗਾ 2 ਹੈਗਾ, ਅਤੇ ਰਜਿਸਟੈਂਸ ਇੱਥੇ ਕਿੰਨੀ ਆ ਰਹੀ ਹੈਗੀ? 5 ਆ ਰਹੀ ਹੈ ਨਾ। ਇਹ ਗੱਲ ਪਤਾ ਲੱਗ ਗਈ। ਸਪੋਜ਼ ਕਰੋ, ਬਦਲ ਦਿਓ ਇਸ ਰਕਮ ਨੂੰ, ਉੱਪਰ ਤੁਹਾਡੀ ਲੈਂਥ ਤਾਂ ਉਨੀ ਹੋਵਾਂਗੀ, ਹੇਠਾਂ ਏਰੀਆ ਜਿਹੜਾ 2 ਦੀ ਥਾਂ 'ਤੇ ਤੁਹਾਡਾ 4 ਹੈਗਾ। ਜੇ 2 ਦੀ ਥਾਂ 'ਤੇ 4 ਆ ਗਿਆ, ਜਦੋਂ ਇਹਨੂੰ ਕੱਟਾਂਗੇ ਪਤਾ ਕਿੰਨਾ ਆਊਗਾ? ਇੱਥੇ 2.5 ਆਊਗਾ। ਇਹਦਾ ਮਤਲਬ ਹੇਠਾਂ ਵਾਲੀ ਜਿਹੜੀ ਰਕਮ ਜਿੰਨੀ ਵੱਡੀ ਹੋਈ ਜਾਊਗੀ, ਜਿੰਨੀ ਹੇਠਾਂ ਵਾਲੀ ਰਕਮ ਵੱਡੀ ਹੋਊਗੀ, ਉੱਪਰਲੀ ਰਕਮ ਉਨੀ ਛੋਟੀ ਹੋਈ ਜਾਊ। ਇੱਧਰਲੀ ਬਰਾਬਰ ਹੈ ਤਾਂ ਇੱਧਰਲੀ ਰਕਮ ਵੱਡੀ ਛੋਟੀ ਹੋਈ ਜਾਊਗੀ। ਆਹ ਨਹੀਂ, ਇਹਨੂੰ ਤਾਂ ਬਰਾਬਰ ਮੰਨ ਕੇ ਚੱਲਦੇ ਆ ਹਮੇਸ਼ਾ। ਜਦੋਂ ਕਿਸੇ ਨੂੰ ਆਪਾਂ ਇਕੁਏਸ਼ਨ ਕਹਿੰਦੇ ਨਾ ਬਰਾਬਰ ਵਾਲੀ ਨੂੰ, ਜਦੋਂ ਆਪਾਂ ਇਕੁਏਸ਼ਨ ਦੀ ਗੱਲ ਕਰਦੇ ਹਾਂ ਉਹਦੇ ਵਿੱਚੋਂ ਦੋ ਚੀਜ਼ਾਂ ਨੂੰ ਚੇਂਜ ਕੀਤਾ, ਇੱਕ ਚੀਜ਼ ਨੂੰ ਚੇਂਜ ਕੀਤਾ ਜਾਂਦਾ ਹੁੰਦਾ, ਇੱਕ ਨੂੰ ਫਿਕਸ ਰੱਖਿਆ ਜਾਂਦਾ ਹੁੰਦਾ, ਅਤੇ ਆਨਸਰ ਦੇਖਿਆ ਜਾਂਦਾ ਹੁੰਦਾ ਵੀ ਇਹਦਾ ਆਨਸਰ ਕੀ ਬਣਦਾ ਹੈਗਾ। ਤਾਂ ਇੱਥੋਂ ਕੀ ਸਿੱਖਿਆ ਅਸੀਂ ਵੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ, ਰੈਜ਼ਿਸਟੈਂਸ ਜਿਹੜਾ ਪ੍ਰਤੀਰੋਧ ਹੁੰਦਾ ਹੈਗਾ, ਉਹ ਪ੍ਰਤੀਰੋਧ ਵੱਧਦਾ ਹੈਗਾ। ਕਾਹਦੇ ਵਧਣ ਨਾਲ ਵੱਧਦਾ ਹੈਗਾ? ਕਾਹਦੇ ਵਧਣ ਨਾਲ? ਲੈਂਥ ਦੇ ਵਧਣ ਨਾਲ, ਲੰਬਾਈ ਦੇ ਵਧਣ ਨਾਲ ਉਹ ਵੱਧਦਾ ਹੈਗਾ। ਅਤੇ ਚੌੜਾਈ ਦੇ ਵਧਣ ਨਾਲ ਜਿਹੜਾ ਸਾਡਾ ਪ੍ਰਤੀਰੋਧ ਹੁੰਦਾ ਹੈਗਾ, ਰੈਜ਼ਿਸਟੈਂਸ ਹੁੰਦੀ ਹੈਗੀ, ਉਹ ਘਟਦੀ ਆ, ਉਹ ਘਟਦਾ ਹੈ। ਓਕੇ ਜੀ, ਦੋ ਚੀਜ਼ਾਂ ਕਲੀਅਰ ਹੋ ਗਈਆਂ। ਤੀਜਾ, ਇਹ ਡਿਪੈਂਡ ਵੀ ਕਰਦਾ, ਇਕੱਲੀ ਲੰਬਾਈ ਚੌੜਾਈ ਨਹੀਂ ਕਲੀਅਰ ਕਰਦੀ। ਕਹਿੰਦਾ ਸਾਰੀਆਂ ਗੱਲਾਂ ਇਕੱਲੀਆਂ ਲੰਬਾਈ ਅਤੇ ਚੌੜਾਈ 'ਤੇ ਨਹੀਂ ਡਿਪੈਂਡ ਕਰਦੀਆਂ, ਕਿਸਮ ਕਿਹੜੀ ਹੈ ਇਹ ਵੀ ਡਿਪੈਂਡ ਕਰਦੀ ਆ। ਮੰਨ ਲਓ ਹੁਣ ਲੱਕੜ ਹੈਗੀ, ਲੱਕੜ ਦੀ ਲੰਬਾਈ ਹੈ ਜਿਹੜੀ ਉਹ ਬਹੁਤ ਥੋੜ੍ਹੀ ਆ, ਠੀਕ ਹੈ, ਅਤੇ ਚੌੜਾਈ ਬਹੁਤ ਹੈਗੀ। ਅਤੇ ਇੱਕ ਲੋਹੇ ਦਾ ਪੀਸ ਆ, ਇਹਦੀ ਲੰਬਾਈ ਆ ਜਿਹੜੀ ਉਹ ਵੱਡੀ ਹੈਗੀ, ਪਰ ਇੱਥੇ ਜਿਹੜਾ ਏਰੀਆ ਇਹਦੇ ਨਾਲੋਂ ਵੀ, ਆਹ ਹੈਗੇ ਲੱਕੜ, ਇਸ ਲੱਕੜ ਨਾਲੋਂ ਏਰੀਆ ਵੱਡਾ ਹੈਗਾ, ਇਸ ਇੱਕ ਲੱਕੜ ਨਾਲੋਂ ਏਰੀਆ ਛੋਟਾ ਹੈਗਾ, ਸੌਰੀ, ਇਸ ਲੱਕੜ ਨਾਲੋਂ ਏਰੀਆ ਛੋਟਾ ਕਿਸੇ ਲੋਹੇ ਦੀ ਪਾਈਪ ਦਾ। ਤੁਹਾਨੂੰ ਪਤਾ ਗਾ ਇਹ ਲੋਹੇ ਦੀ ਹੈਗੀ। ਸਪੋਜ਼ ਕਰੋ ਆਹ ਏ ਆ ਗਈ, ਆਹ ਬੀ ਆ, ਮੰਨ ਲਓ ਇਹਦਾ ਨਾਂ। ਤਾਂ ਦੋਨਾਂ ਦੇ ਵਿੱਚੋਂ ਰੈਜ਼ਿਸਟੈਂਸ ਕਿਹਦੀ ਵੱਧ ਹੈਗੀ, ਇਹਦੀ ਕਿ ਇਹਦੀ? ਹੁਣ ਜੇ ਆਪਾਂ ਲੈਂਥ ਦੀ ਗੱਲ ਕਰੀਏ, ਲੈਂਥ ਤਾਂ ਇਹਦੀ ਵੱਧ ਹੈਗੀ, ਤਾਂ ਰੈਜ਼ਿਸਟੈਂਸ ਇਹਦੀ ਵੱਡੀ ਹੋਣੀ ਚਾਹੀਦੀ ਆ। ਏਰੀਆ ਇਹਦਾ ਘੱਟ ਹੈਗਾ, ਤਾਂ ਰੈਜ਼ਿਸਟੈਂਸ ਇਹਦੀ ਵੱਧ ਹੋਣੀ ਚਾਹੀਦੀ। ਦੋਵੇਂ ਗੱਲਾਂ ਕਰਕੇ ਰੈਜ਼ਿਸਟੈਂਸ ਵੱਧ ਹੋ ਗਈ ਨਾ। ਏਰੀਆ ਵੀ ਘੱਟ ਆ ਤਾਂ ਕਰਕੇ ਵੀ ਰੈਜ਼ਿਸਟੈਂਸ ਵੱਧਦਾ, ਇਹਦੀ ਲੈਂਥ ਵੀ ਵੱਧਦਾ ਤਾਂ ਕਰਕੇ ਵੀ ਰੈਜ਼ਿਸਟੈਂਸ ਵੱਧਦਾ। ਅਤੇ ਲੱਕੜ ਦੇ ਵਿੱਚ ਤਾਂ ਲੈਂਥ ਛੋਟੀ ਹੈਗੀ ਅਤੇ ਏਰੀਆ ਵੱਡਾ ਹੈਗਾ। ਪਰ ਇੱਕ ਤਿੰਨੇ ਗੱਲਾਂ ਆਉਂਦੀਆਂ ਨੇਗੀਆਂ, ਇਕੱਲੇ ਏਰੀਏ ਨਾਲ ਗੱਲ ਨਹੀਂ ਬਣਦੀ ਹੈਗੀ। ਕਿਸਮ ਕਿਹੜੀ ਹੈਗੀ ਇਹ ਵੀ ਇੰਪੋਰਟੈਂਟ ਆ। ਲੋਹਾ, ਜਦ ਲੋਹਾ ਕਹਿਤਾ ਤਾਂ ਫਿਰ ਤਾਂ ਰੈਜ਼ਿਸਟੈਂਸ ਲੋਹੇ ਦੀ ਹੀ ਘੱਟ ਹੋਏਗੀ। ਲੱਕੜ ਦੇ ਵਿੱਚ ਤਾਂ ਕਰੰਟ ਲੰਘਦਾ ਹੀ ਨਹੀਂ ਹੈਗਾ ਸਾਡਾ, ਲੱਕੜ ਤਾਂ ਸਾਡੀ ਇਨਸੂਲੇਟਰ ਹੈਗੀ। ਇਹਦਾ ਮਤਲਬ ਇਹਦਾ ਜਿਹੜਾ ਰੈਜ਼ਿਸਟੈਂਸ ਦਾ ਜਿਹੜਾ ਫਾਰਮੂਲਾ ਹੈਗਾ, ਇਹਨੂੰ ਅਸੀਂ ਦੋ ਚੀਜ਼ਾਂ ਦੇ ਵਿੱਚ ਬਦਲ ਲੈਂਦੇ ਹਾਂ, ਕਿ ਦੋ ਅੱਡ ਉਹਦੇ ਵਿੱਚ ਬਦਲਦੇ ਹਾਂ। ਇੱਕ ਤਾਂ ਕਿਸਮ 'ਤੇ ਡਿਪੈਂਡ ਕਰਦਾ ਹੈਗਾ, ਕਿਸਮ 'ਤੇ, ਇੱਕ ਆਕਾਰ 'ਤੇ। ਨਾ ਅਸੀਂ ਐਂ ਕਹਿ ਸਕਦੇ ਹਾਂ ਵੀ ਆਕਾਰ ਦੇ ਹਿਸਾਬ ਨਾਲ ਹੀ ਨਹੀਂ ਰੈਜ਼ਿਸਟੈਂਸ ਕੱਢ ਸਕਦੇ ਹਾਂ, ਨਾ ਆਪਾਂ ਇਕੱਲੀ ਕਿਸਮ ਦੇ ਹਿਸਾਬ ਨਾਲ। ਸਾਨੂੰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆ। ਬਣਿਆ ਕਿਸ ਮਟੀਰੀਅਲ ਦਾ ਹੋਇਆ ਗਾ, ਜਿਹੜੀ ਸਾਡੀ ਤਾਰ ਹੈਗੀ ਬਣੀ ਕਿਸ ਮਟੀਰੀਅਲ ਦੀ ਹੋਈ ਆ, ਲੈਂਥ ਅਤੇ ਏਰੀਆ ਕੀ ਹੈ, ਇਹ ਦੋਨੇ ਗੱਲਾਂ ਜੇ ਸਾਨੂੰ ਪਤਾ ਹੋਣਗੀਆਂ ਤਾਂ ਅਸੀਂ ਦੱਸ ਸਕਾਂਗੇ ਉਹਦੀ ਜਿਹੜੀ ਰੈਜ਼ਿਸਟੈਂਸ ਆ ਉਹ ਕੀ ਹੈਗੀ। ਕਲੀਅਰ ਹੋਈ ਜੀ ਇਹ ਗੱਲ? ਇਹਦੇ ਨਾਲ ਤੁਹਾਨੂੰ ਇੱਕ ਬੇਸਿਕ ਜਿਹਾ ਆਈਡੀਆ ਜ਼ਰੂਰ ਹੋ ਗਿਆ ਹੋਵੇਗਾ ਕਿ ਰੈਜ਼ਿਸਟੈਂਸ ਹੁੰਦੀ ਕੀ ਹੈਗੀ। ਹੁਣ ਇਸ ਤੋਂ ਬਾਅਦ ਅਸੀਂ ਜੋ ਕਰਨ ਲੱਗੇ ਹੈਗੇ ਉਹ ਦੇਖੋ। ਸਪੋਜ਼ ਕਰੋ ਹੁਣ ਅਸੀਂ ਉਹੀ ਰੈਜ਼ਿਸਟੈਂਸ 'ਤੇ ਵਾਪਸ ਆਉਂਦੇ ਹਾਂ ਵੀ ਜੋ ਤੁਹਾਡੇ ਸਾਹਮਣੇ ਇੱਦਾਂ ਕੁਛ ਬਣਾ ਕੇ ਰੱਖਿਆ ਹੋਇਆ ਹੈਗਾ। ਇੱਦਾਂ ਕਈ ਵਾਰੀ ਕੀ ਹੁੰਦਾ, ਜੇ ਤਾਂ ਇੱਕ ਰੈਜ਼ਿਸਟੈਂਸ ਸੀ ਫਿਰ ਤਾਂ ਠੀਕ ਸੀਗਾ, ਉਹ ਤਾਂ ਤੁਸੀਂ ਕੱਢ ਕੇ ਦੱਸ ਦਿੰਦੇ ਸੀਗੇ ਉਹਨੂੰ ਵੀ ਰੈਜ਼ਿਸਟੈਂਸ ਤੁਹਾਡੀ ਇੰਨੀ ਹੋਏਗੀ ਜੀ, ਵੋਲਟੇਜ ਤੁਹਾਡੀ ਇੰਨੀ ਆ, ਕਰੰਟ ਤੁਸੀਂ ਦੱਸ ਦਿੰਦੇ। ਮੰਨ ਲੈਣੇ ਕਿਹਾ ਕਿ ਇੱਥੇ 5 ਓਮ ਦੀ ਰੈਜ਼ਿਸਟੈਂਸ ਹੈਗੀ, ਇੱਥੇ 3 ਓਮ ਦੀ ਰੈਜ਼ਿਸਟੈਂਸ ਹੈਗੀ, ਇੱਥੇ ਜਿਹੜੀ ਹੈਗੀ ਆ 20 ਵੋਲਟ ਹੈਗੀ, ਇੱਥੇ ਇੱਕ ਰੈਜ਼ਿਸਟੈਂਸ ਇੱਥੇ ਲੱਗੀ ਹੋਈ ਹੈ, ਇੱਦਾਂ ਇੱਕ ਰੈਜ਼ਿਸਟੈਂਸ ਇੱਥੇ ਲੱਗੀ ਹੋਈ ਹੈ ਇੱਦਾਂ। ਤਾਂ ਜਦੋਂ ਇੱਦਾਂ ਕਿਸੇ ਸਰਕਟਾਂ ਦੇ ਵਿੱਚ ਆ ਜਾਂਦੀ ਹੈਗੀ ਰੈਜ਼ਿਸਟੈਂਸ ਲੱਗੀ ਹੋਈ, ਉਦੋਂ ਸਾਨੂੰ ਪੁੱਛਿਆ ਵੀ ਦੱਸੋ ਜੀ, ਹੁਣ ਦੱਸੋ ਇੱਥੇ ਕਰੰਟ ਕਿੰਨਾ ਜਾਊਗਾ।
ਤਾਂ ਉਸ ਵੇਲੇ ਅਸੀਂ ਕਰੰਟ ਨਹੀਂ ਕੱਢ ਸਕਦੇ। ਉਸ ਵੇਲੇ ਜਿਹੜੀ ਰੈਜ਼ਿਸਟੈਂਸ ਆ ਇਕੱਲੀ ਇੱਕ ਰੈਜ਼ਿਸਟੈਂਸ, ਮੰਨ ਲਓ ਆ 3 ਆ ਗਈ, ਆ 2 ਆ ਗਈ, ਆ 7 ਆ ਗਈ, ਹੈ ਨਾ। ਆਪਾਂ ਕਿਹੜੀ ਰੈਜ਼ਿਸਟੈਂਸ ਲਈ ਆ? ਆਪਾਂ ਕਰੰਟ ਕਹਿੰਦੇ ਸੀਗੇ ਵੀ ਕਰੰਟ ਕੀ ਹੁੰਦਾ, ਵੋਲਟੇਜ ਡਿਵਾਈਡ ਬਾਈ ਰੈਜ਼ਿਸਟੈਂਸ ਹੁੰਦੀ ਆ। ਹੁਣ ਵੋਲਟੇਜ ਤਾਂ ਸਾਨੂੰ ਪਤਾ 20 ਆ, ਹੁਣ ਰੈਜ਼ਿਸਟੈਂਸ ਕਿਹੜੀ ਲਈਏ? 5 ਲਈਏ, 3 ਲਈਏ, 2 ਲਈਏ, 7 ਲਈਏ ਕਿ 3 ਲਈਏ? ਤਾਂ ਇਹ ਜਿਹੜੇ ਸਰਕਟ ਹੁੰਦੇ ਹੈਗੇ ਇਹਨਾਂ ਨੂੰ ਆਪਾਂ ਕੰਬੀਨੇਸ਼ਨ ਸਰਕਟ ਕਹਿੰਦੇ ਆਂਗੇ। ਇਹ ਜੁੜਤ ਸਰਕਟ ਹੁੰਦੇ ਆ, ਜੁੜਤ ਪੰਜਾਬੀ 'ਚ ਆਪਾਂ ਕਹਿੰਦੇ ਨਾ ਜੁੜਤ, ਜੁੜੇ ਹੋਏ ਸਰਕਟ ਹੁੰਦੇ ਨੇਗੇ ਜਿਨ੍ਹਾਂ ਦੇ ਵਿੱਚ ਇੱਕ ਤੋਂ ਵੱਧ ਰੈਜ਼ਿਸਟੈਂਸਾਂ ਲੱਗੀਆਂ ਹੋਣ। ਉਦੋਂ ਸਭ ਤੋਂ ਪਹਿਲਾ ਕੰਮ ਸਾਡਾ ਇਹ ਹੁੰਦਾ ਹੈਗਾ ਵੀ ਜਿਹੜੀਆਂ ਇੱਕ ਤੋਂ ਵੱਧ ਰੈਜ਼ਿਸਟੈਂਸਾਂ ਨੇ ਇਹਨਾਂ ਪ੍ਰਤੀਰੋਧਾਂ ਨੂੰ ਇਕੱਠਾ ਕਰਨਾ ਪੈਂਦਾ ਹੁੰਦਾ। ਇਹਨਾਂ ਨੂੰ ਇਕੱਠਾ ਕਰਕੇ ਫਿਰ ਅਸੀਂ ਇਹਨਾਂ ਨੂੰ ਇੱਕ ਰੈਜ਼ਿਸਟੈਂਸ ਬਣਾਉਣੇ ਆ ਇਹਦੀ। ਫਿਰ ਦੇਖਦੇ ਹਾਂ ਵੀ ਕੁੱਲ ਜਿਹੜਾ ਜੰਤਰ ਹੈਗੇ ਸਾਰੇ ਜੰਤਰ ਮਿਲ ਕੇ ਕੁੱਲ ਰੈਜ਼ਿਸਟੈਂਸ ਪੈਦਾ ਕਰ ਕਿੰਨੀ ਰਹੇ ਆ। ਹੁਣ ਇਹ ਜ਼ਰੂਰੀ ਨਹੀਂ ਹੁੰਦਾ ਹੈ ਵੀ ਸਿੱਧਾ ਹਮੇਸ਼ਾ ਸਾਰਿਆਂ ਨੂੰ ਜੋੜਨਾ, ਇਹ 5 ਨੂੰ 3 ਨਾਲ ਜੋੜ ਦਿਓ, ਇਹਨੂੰ ਵੀ ਜੋੜੋ, ਸਾਰਿਆਂ ਨੂੰ ਜੋੜ ਕੇ ਦੇਖ ਲਓ ਜੀ। ਇਹ ਕਦੇ ਵੀ ਇਹ ਚੀਜ਼ ਨਹੀਂ ਹੁੰਦੀ ਹੈਗੀ ਵੀ ਆਪਣੇ ਜਿਹੜੇ ਰੈਜ਼ਿਸਟੈਂਸ ਹੈਗੇ ਆਪਸ 'ਚ ਇਕੱਲੇ ਜੁੜਨਗੇ। ਇਹ ਡਿਪੈਂਡ ਕਰਦਾ ਹੁੰਦਾ ਵੀ ਇਹ ਇਹਨਾਂ ਦੇ ਜੁੜਨ ਦਾ ਤਰੀਕਾ ਕੀ ਹੈ ਕਿ ਉਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਸੋਲਵ ਕਰਦੇ ਹੁੰਦੇ ਆਂਗੇ। ਤਾਂ ਇਹਨੂੰ ਆਪਾਂ ਅਸੀਂ ਬੇਸਿਕਲੀ ਇਹਨਾਂ ਨੂੰ ਆਪਾਂ ਜਿਹੜੇ ਇਹ ਸਾਡੇ ਕੰਬੀਨੇਸ਼ਨ ਨੇਗੇ, ਇਹ 2 ਕੰਬੀਨੇਸ਼ਨ ਹੁੰਦੇ ਆ ਕਿ ਕੋਈ ਵੀ ਸਰਕਟ ਕਿਸੇ 2 ਤਰੀਕਿਆਂ ਨਾਲ ਹੀ ਜੁੜ ਸਕਦਾ। ਸਿਰਫ 2 ਤਰੀਕੇ ਹੁੰਦੇ ਹੈਗੇ ਜਿਹਦੇ ਨਾਲ ਕਿਸੇ ਰੈਜ਼ਿਸਟੈਂਸ ਨੂੰ ਆਪਸ ਦੇ ਵਿੱਚ ਜੋੜਿਆ ਜਾ ਸਕਦਾ। ਪਹਿਲਾ ਤਰੀਕਾ ਜਿਹੜਾ ਹੁੰਦਾ ਜੀ, ਪਹਿਲੇ ਤਰੀਕੇ ਦਾ ਨਾਮ ਹੈਗਾ ਉਹ ਹੈਗਾ ਜੀ ਸੀਰੀਜ਼। ਪਹਿਲੇ ਤਰੀਕੇ ਦਾ ਨਾਮ ਹੈਗਾ ਵੀ 2 ਰੈਜ਼ਿਸਟੈਂਸ ਜਾਂ ਤਾਂ ਸੀਰੀਜ਼ 'ਚ ਹੋਣਗੀਆਂ ਜਾਂ 2 ਰੈਜ਼ਿਸਟੈਂਸਾਂ ਪੈਰਲਲ 'ਚ ਹੋਣਗੀਆਂ। ਜਾਂ ਸੀਰੀਜ਼ 'ਚ ਹੋਣਗੀਆਂ 2 ਰੈਜ਼ਿਸਟੈਂਸਾਂ ਜਾਂ ਸਾਡੀਆਂ ਪੈਰਲਲ 'ਚ ਹੋਣਗੀਆਂ ਜੀ। ਸੀਰੀਜ਼ ਇਹਨਾਂ ਦਾ ਮੈਂ ਤੁਹਾਨੂੰ ਇੱਕ ਵਾਰੀ ਬਣਤਰ ਦੱਸ ਦੂੰਗਾ ਵੀ ਕਿਹੀ ਜੀ ਹੁੰਦੀ ਹੈਗੀ। ਉਹ ਬਣਤਰ ਤੁਸੀਂ ਪਛਾਣਨੀ ਆ ਅਤੇ ਉਸ ਤੋਂ ਬਾਅਦ ਅਸੀਂ ਸੋਲਵ ਕਰੀ ਜਾਣਾ। ਸਭ ਤੋਂ ਪਹਿਲਾਂ ਸੀਰੀਜ਼ ਦਾ ਦੇਖਦੇ ਹਾਂ ਵੀ ਸੀਰੀਜ਼ ਕੀ ਹੁੰਦਾ ਹੈਗਾ। ਦੇਖੋ ਇੱਕ ਆਹ ਰੈਜ਼ਿਸਟੈਂਸ ਪਈ ਆ, ਦੂਜੀ ਆ ਪਈ ਆ। ਹਰ ਰੈਜ਼ਿਸਟੈਂਸ ਦੇ 2 ਸਿਰੇ ਹੁੰਦੇ, ਇੱਕ ਏ ਸਿਰਾ ਹੈਗਾ, ਇੱਕ ਬੀ ਸਿਰਾ। ਇੱਕ ਇਹਦਾ ਜਿਹੜਾ ਏ ਸਿਰਾ ਹੈਗਾ, ਇੱਕ ਬੀ ਸਿਰਾ। ਹਮੇਸ਼ਾ ਇਕੱਲੇ ਰੈਜ਼ਿਸਟੈਂਸਾਂ ਜੁੜੀ ਜਾਣ ਉਹਦਾ ਕੋਈ ਮਤਲਬ ਨਹੀਂ ਹੁੰਦਾ। ਜਦੋਂ ਤੱਕ ਇੱਕ ਬੈਟਰੀ ਨਹੀਂ ਲਾਉਂਦੇ ਹੈਗੇ ਉਸ ਤੱਕ ਰੈਜ਼ਿਸਟੈਂਸਾਂ ਦਾ ਆਪਸ ਦੇ ਵਿੱਚ ਜੁੜਿਆ ਬੇਕਾਰ ਆ ਜੁੜਨਾ। ਇੱਕ ਨਾਲੀ ਖਾਲੀ ਪਈ ਹੈਗੀ, ਹੈ ਨਾ, ਪਈ ਰਵੇ, ਉਹ ਬੇਕਾਰ ਹੈਗੀ, ਉਹ ਸਾਨੂੰ ਕੁਛ ਨਹੀਂ ਦੇ ਸਕਦੀ ਜਦੋਂ ਤੱਕ ਉਹਨੂੰ ਟੈਪ ਦੇ ਨਾਲ ਆਪਾਂ ਜੋੜ ਕੇ, ਟੂਟੀ ਦੇ ਨਾਲ ਜੋੜ ਕੇ ਟੂਟੀ ਨੂੰ ਖੋਲ੍ਹ ਨਹੀਂ ਦਿੰਦੇ ਹੈਗੇ। ਤਾਂ ਇੱਕ ਜਿਹੜੀ ਸਾਡੇ ਕੋਲ ਆਹ ਰੈਜ਼ਿਸਟੈਂਸ ਪਈ ਹੈਗੀ, ਇੱਕ ਸਾਡੇ ਕੋਲ ਆਹ ਰੈਜ਼ਿਸਟੈਂਸ ਪਈ ਹੈਗੀ। ਮੰਨ ਲਓ ਜਿਹੜੀ ਇੱਕ ਰੈਜ਼ਿਸਟੈਂਸ ਦਾ ਜਿਹੜਾ ਬੀ ਸਿਰਾ ਹੈਗਾ ਉਹ ਦੂਜੀ ਰੈਜ਼ਿਸਟੈਂਸ ਦੇ ਏ ਜਾਂ ਬੀ ਸਿਰੇ ਦੇ ਨਾਲ ਜਦੋਂ ਜੁੜ ਜੂਗਾ ਤਾਂ ਜਿਹੜੀਆਂ 4 ਸਿਰੇ ਸੀਗੇ, ਹੁਣ ਸਿਰੇ 4 ਤੋਂ ਸਾਡੇ ਕੋਲ ਪਹਿਲਾਂ ਕਿੰਨੇ ਸੀਗੇ? ਏ ਬੀ, ਹੈ ਨਾ, 4 ਸਿਰੇ ਸੀਗੇ। ਹੁਣ ਜਦੋਂ ਕੋਈ ਵੀ 2 ਸਿਰਿਆਂ ਨੂੰ ਆਪਾਂ ਆਪਸ 'ਚ ਜੋੜ ਦਾਂਗੇ ਤਾਂ ਬਾਕੀ ਰਹਿ ਗਏ 2। ਇਹਨਾਂ ਦੋਨਾਂ ਦੇ ਵਿੱਚ ਇੱਕ ਸਿਰੇ ਨਾਲ ਪੋਜ਼ਿਟਿਵ ਲਾ ਦਿਓ, ਇੱਕ ਸਿਰੇ ਨਾਲ ਅਸੀਂ ਨੈਗੇਟਿਵ ਲਾ ਦਿਓ। ਤਾਂ ਜਿਹੜਾ ਸਾਡਾ ਸਰਕਟ ਬਣਦਾ ਗਾ ਇਹਨੂੰ ਅਸੀਂ ਕਹਿੰਦੇ ਹਾਂ ਸੀਰੀਜ਼। ਸੀਰੀਜ਼ ਕਹਿੰਦੇ ਹੈਗੇ ਇਹਨੂੰ। ਲੜੀਵਾਰ, ਇਹ ਲੜੀ ਬਣਾਤੀ ਹੈ, ਲੜੀਵਾਰ ਬਣਾਤਾ, ਇਹ ਲੜੀ ਬਣਾਤੀ ਇੱਕ। ਲੜੀ ਦਾ ਮਤਲਬ ਕੀ ਹੈ? ਲੜੀ ਸਾਡੀ ਇੱਦਾਂ ਹੀ ਹੁੰਦੀ ਨਹੀਂ, ਬੱਲਬ ਇੱਦਾਂ ਗਾ, ਬੱਲਬ ਇਕੱਠੀਆਂ ਲੱਗੀਆਂ ਹੁੰਦੀਆਂ, ਲੜੀ ਇੱਕ ਤੋਂ ਬਾਅਦ ਇੱਕ ਲੱਗੀ ਹੁੰਦੀ ਹੈ। ਤਾਂ ਇਹਨੂੰ ਲੜੀਵਾਰ ਤਰਤੀਬ ਕਿਹਾ ਜਾਂਦਾ ਹੈਗਾ ਵੀ ਅਸੀਂ ਇਹ ਰੈਜ਼ਿਸਟੈਂਸ ਸਾਨੂੰ ਲੜੀਵਾਰ ਜੋੜਿਆ ਹੋਇਆ ਹੈਗਾ। ਇਹਦਾ ਨਾਂ ਜਿਹੜਾ ਸਾਡੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਇਹਦਾ ਨਾਂ ਗਾ, ਇਹਦਾ ਨਾਂ ਹੈਗਾ ਸੀਰੀਜ਼। ਵੀ ਸਾਡੇ ਸਰਕਟ ਆ ਜਿਹੜੇ ਸਾਡੇ ਇਹ ਸੀਰੀਜ਼ ਦੇ ਵਿੱਚ ਜੋੜੇ ਹੋਏ ਨੇਗੇ। ਇਹ ਗੱਲ ਪਤਾ ਲੱਗ ਗਈ ਜੀ। ਤਾਂ ਸੀਰੀਜ਼ ਦੇ ਵਿੱਚ ਜਦੋਂ ਵੀ ਕਦੇ ਸਰਕਟ ਜੁੜੇ ਹੋਣਗੇ ਸੀਰੀਜ਼ ਦੇ ਵਿੱਚ, 2 ਹੋਣ, 3 ਹੋਣ, 4 ਹੋਣ, 5 ਹੋਣ, ਉਦੋਂ ਜਿਹੜੀ ਟੋਟਲ ਰੈਜ਼ਿਸਟੈਂਸ ਸਾਡੀ ਨਿਕਲ ਕੇ ਆਊਗੀ ਸਾਹਮਣੇ, ਉਹਨੂੰ ਟੋਟਲ ਰੈਜ਼ਿਸਟੈਂਸ ਨੂੰ ਅਸੀਂ RT ਨਾਲ ਲਿਖਾਂਗੇ। RT ਵੀ ਇਹ ਟੋਟਲ ਰੈਜ਼ਿਸਟੈਂਸ RT ਹੈ। ਤਾਂ RT ਜਿਹੜੀ ਹੁੰਦੀ ਹੈਗੀ ਸਾਡੀ, ਉਹ ਹੁੰਦੀ ਹੈ ਵੀ ਜਿੰਨੀਆਂ ਵੀ ਰੈਜ਼ਿਸਟੈਂਸਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ, R1 ਮਤਲਬ ਇੱਕ ਰੈਜ਼ਿਸਟੈਂਸ, ਦੂਜੀ, ਤੀਜੀ, ਜਿੰਨੀਆਂ ਹੈਗੀਆਂ ਸਭ ਨੂੰ ਚੱਕ ਕੇ ਇਕੱਠੀਆਂ ਕਰ ਦਿਓ। ਉਹ ਜਿਹੜੀ ਟੋਟਲ ਰੈਜ਼ਿਸਟੈਂਸ ਆ ਜਾਊਗੀ ਉਹ ਸਾਡੇ ਕੋਲੇ ਇਕੁਇਵਲੈਂਟ ਆਊਗੀ ਜਾਂ ਸਾਡੀ ਜੁੜਤ ਰੈਜ਼ਿਸਟੈਂਸ ਹੋਊਗੀ। ਚੁੱਪ ਕਰਕੇ ਤੁਸੀਂ ਸਾਰਿਆਂ ਨੂੰ ਜੋੜ ਦੇਣਾ ਗਾ। ਜੋੜਨਾ ਤਾਂ ਗਾ ਜੇ ਇਹ ਸੀਰੀਜ਼ 'ਚ ਲੱਗੀਆਂ ਹੋਣਗੀਆਂ। ਜੇ ਇੱਕ ਤੋਂ ਵੱਧ ਦੇਖੋ, ਮੰਨ ਲਓ ਇੱਦਾਂ ਪਈਆਂ, ਇੱਕ ਆਹ ਰੈਜ਼ਿਸਟੈਂਸ ਪਈ ਹੈਗੀ, ਇੱਕ ਆਹ ਪਈ ਹੈਗੀ। ਮੈਂ ਤੁਹਾਨੂੰ ਇਹਨਾਂ ਸੀਰੀਜ਼ ਬਣਾ ਕੇ ਦਿਖਾਉਣਾ, ਕਦੇ ਵੀ ਸ਼ੇਪ 'ਤੇ ਨਹੀਂ ਜਾਣਾ ਹੈਗਾ ਇੱਦਾਂ। ਅਤੇ ਇਹਨਾਂ ਜੋੜਨ ਦਾ ਇੱਕੋ ਹੀ ਤਰੀਕਾ ਵੀ ਹਮੇਸ਼ਾ ਹਰੇਕ ਰੈਜ਼ਿਸਟੈਂਸ ਦੇ ਇੱਕ ਟਰਮੀਨਲ ਨੂੰ ਆਪਸ ਦੇ ਵਿੱਚ ਜੋੜੀ ਜਾਣਾ। ਦੇਖੋ ਪਹਿਲਾਂ ਦੇਖੋ ਇਹਨੂੰ ਇਹਦੇ ਨਾਲ ਜੋੜ ਦਿਓ। ਕਿਸੇ ਵੀ ਸਿਰੇ ਨੂੰ 2 ਵਾਰ ਨਹੀਂ ਜੋੜਨਾ, ਕਿਸੇ ਨਾਲ 1 ਵਾਰ ਜੋੜਨਾ। ਇਹਨੂੰ ਪਹਿਲਾਂ ਚਾਹੇ ਇਹਦੇ ਨਾਲ ਜੋੜ ਲਓ, ਚਾਹੇ ਇਹਨੂੰ ਪਹਿਲਾਂ ਇਹਦੇ ਨਾਲ ਜੋੜ ਲੈਂਦੇ, ਚਾਹੇ ਇਹਦੇ ਨਾਲ ਜੋੜ ਲੈਂਦੇ। ਹੁਣ ਇਹ ਰਹਿ ਗਿਆ, ਹੁਣ ਇਹਨੂੰ ਚਾਹੇ ਤਾਂ ਇਹਦੇ ਨਾਲ ਜੋੜ ਲਓ। ਜਿਹੜਿਆ ਹੁਣ ਇਹਦਾ ਮਤਲਬ ਕਿ ਜਿੰਨੀਆਂ ਰੈਜ਼ਿਸਟੈਂਸਾਂ ਨੇ ਸਾਰਿਆਂ ਨੂੰ ਆਪਸ ਦੇ ਵਿੱਚ ਇਸ ਤਰੀਕੇ ਨਾਲ ਜੋੜੋ ਵੀ ਐਂਡ ਦੇ ਵਿੱਚ ਸਾਡੇ ਕੋਲ ਸਿਰਫ 2 ਹੀ ਸਿਰੇ ਰਹਿ ਜਾਣਾ। ਇੱਦਾਂ ਆਹ 2 ਸਿਰੇ ਰਹਿ ਜਾਣ। ਹੁਣ ਇਹ ਸਾਰੀਆਂ ਰੈਜ਼ਿਸਟੈਂਸਾਂ ਜਿਹੜੀਆਂ ਆਹ ਮੰਨ ਲਓ 2 ਦੀ ਆ, 3 ਦੀ ਆ, ਆਹ 4 ਦੀ ਆ, ਆਹ 5 ਦੀ ਹੈਗੀ। ਹੁਣ ਸਾਡੇ ਕੋਲ ਜਿਹੜੀ ਇਹਦੀ ਟੋਟਲ ਰੈਜ਼ਿਸਟੈਂਸ ਆਊਗੀ ਉਹ ਜੋੜ ਕੇ ਆਊ ਕਿੰਨੀ?
2 + 3 + 4 + 5 5 4 9 9 ਤੇ 3 12 ਤੇ 2 14 ਓਹਮ ਆ ਗਈ ਰੈਜ਼ਿਸਟੈਂਸ ਸਾਡੀ। ਇੱਦਾਂ ਇਹ ਸੀਰੀਜ਼ ਕੰਬੀਨੇਸ਼ਨ ਆ। ਅਤੇ ਬੇਸ਼ੱਕ ਇਹ ਇੱਦਾਂ ਨਾ ਵੀ ਜੁੜੇ ਹੁੰਦੇ, ਚਲੋ ਜੇ ਇੱਦਾਂ ਨਾ ਹੁੰਦੇ ਹੈ ਨਾ, ਇਹਦਾ ਇੱਕ ਹੋਰ ਕੋਈ ਹੋਰ ਤਰੀਕਾ ਕਿਵੇਂ ਸੀਗਾ ਦੇਖੋ। ਲਓ ਆਪਾਂ ਇਹਨੂੰ ਹਟਾ ਦਿੰਦੇ ਆਂਗੇ। ਆਪਾਂ ਇਹਨੂੰ ਅਸੀਂ ਕੀ ਕਿਹਾ ਹੈਗਾ, ਰੈਜ਼ਿਸਟੈਂਸ ਸੀਰੀਜ਼ 'ਚ ਕਦੋਂ ਹੁੰਦੇ ਨੇਗੀਆਂ, ਇਹਨੂੰ ਹਜੇ ਰਹਿਣ ਦਿਓ ਇਹਨੂੰ। ਚਲੋ 14 ਦਾ ਆਂਸਰ ਆ ਗਿਆ ਸਾਡਾ। ਦੁਬਾਰੇ ਦੇਖਦੇ ਆਂਗੇ ਵੀ ਕੀ ਜਿਹੜਾ ਅਸੀਂ ਜੋੜਿਆ ਸਿਰਫ ਇਹੀ ਹੈਗਾ ਸੀਰੀਜ਼, ਕਿ ਕੁਛ ਹੋਰ ਵੀ ਹੋ ਸਕਦਾ। ਅਸੀਂ ਪਹਿਲਾਂ ਇਹਨੂੰ ਇਹਦੇ ਨਾਲ ਜੋੜਿਆ ਸੀਗਾ ਨਾ, ਹੁਣ ਅਸੀਂ ਇਹਨੂੰ ਇਹਦੇ ਨਾਲ ਨਹੀਂ ਜੋੜਦੇ ਹੈਗੇ। ਹੁਣ ਅਸੀਂ ਪੁੱਠਾ ਸ਼ੁਰੂ ਕਰ ਦਿਆਂਗੇ। ਹੁਣ ਅਸੀਂ ਸਪੋਜ਼ ਕਰੋ ਅਸੀਂ ਜੋੜਨਾ ਸ਼ੁਰੂ ਕਰ ਦਿਆਂਗੇ। ਇਹਨੂੰ ਜੋੜ ਦਿੰਦੇ ਹਾਂ ਇਹਦੇ ਨਾਲ, ਇਹਨੂੰ ਜੋੜ ਦਿੰਦੇ ਆਂਗੇ ਲਿਆ ਕੇ ਇਹਦੇ ਨਾਲ, ਇਹਨੂੰ ਜੋੜ ਦਿੰਦੇ ਆਂਗੇ ਇਹਦੇ ਨਾਲ। ਆ ਹੁਣ ਆ ਦੋ ਸਿਰੇ। ਬਸ ਅਸੀਂ ਕੀ ਕਰਨਾ, ਜਿੰਨੀਆਂ ਵੀ ਰੈਜ਼ਿਸਟੈਂਸ ਆਉਣਗੀਆਂ ਆਪਸ 'ਚ ਜਿਵੇਂ ਮਰਜ਼ੀ ਜੋੜੀ ਜਾਓ। ਦੋ ਗੱਲਾਂ ਧਿਆਨ ਰੱਖਣਾ। ਪਹਿਲੀ ਗੱਲ ਤਾਂ ਸਿਰਫ ਇੱਕ ਸਿਰਾ ਇੱਕ ਵਾਰ ਜੁੜੂਗਾ, ਉੱਥੇ ਦੋ ਤਾਰਾਂ ਨਹੀਂ ਹੋਣ ਕਿਸੇ ਵੀ ਤਾਰ 'ਤੇ, ਕਿਸੇ ਵੀ ਰੈਜ਼ਿਸਟੈਂਸ ਦੇ ਸਿਰੇ ਦੇ ਉੱਪਰ ਕਿਸੇ ਵੀ ਸਿਰੇ 'ਤੇ ਦੋ ਤਾਰਾਂ ਨਹੀਂ ਹੋਣੀਆਂ ਚਾਹੀਦੀਆਂ। ਬਸ ਜਿਵੇਂ ਮੈਂ ਕਹਾਂ ਵੀ ਇੱਕ ਆਹ ਰੈਜ਼ਿਸਟੈਂਸ ਹੈਗੀ ਅਤੇ ਇੱਕ ਆਹ ਰੈਜ਼ਿਸਟੈਂਸ ਹੈਗੀ, ਅਸੀਂ ਇਹਨੂੰ ਜੋੜ ਦਈਏ ਆਪਸ ਦੇ ਵਿੱਚ, ਜੋੜਤਾ। ਉਦੋਂ ਬਾਅਦ ਇੱਕ ਤਾਰ ਲਿਆ ਕੇ ਇਹਨੂੰ ਇਹਦੇ ਨਾਲ ਇੱਦਾਂ ਜੋੜ ਦਈਏ। ਆਹ ਦੇਖੋ ਆਹ ਸਿਰਿਆਂ ਦੇ ਵਿੱਚ ਆਹ ਸਿਰੇ, ਇੱਕ ਤਾਂ ਆਹ ਤਾਰ ਲੱਗ ਗਈ ਇਹਨੂੰ, ਇੱਕ ਇਹਨੂੰ ਆਹ ਤਾਰ ਲੱਗ ਗਈ। ਆਹ ਸੀਰੀਜ਼ ਨਹੀਂ ਹੈਗਾ। ਤਾਂ ਹਰੇਕ ਸਿਰੇ ਦੇ ਉੱਪਰ ਸਿਰਫ ਇੱਕ ਸਿਰਾ ਹੋਵੇ ਅਤੇ ਇੱਕ ਐਂਡ ਹੋਵੇ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ, ਅਤੇ ਇੱਕ ਹੀ ਤਾਰ ਹੋਵੇ, ਫਿਰ ਕਿਤੇ ਜਾ ਕੇ ਇਹ ਸੀਰੀਜ਼ ਬਣੂਗਾ। ਤਾਂ ਆਹ ਵੀ ਸੀਰੀਜ਼ ਹੈਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਵੀ ਜਿਹੜੇ ਉਹ ਕੰਬੀਨੇਸ਼ਨ ਸੀਗੇ ਅਤੇ ਆਹ ਕੰਬੀਨੇਸ਼ਨ ਆ ਬਿਲਕੁਲ ਸੇਮ ਆ, ਦੋਨਾਂ ਦੇ ਵਿੱਚ ਸੇਮ ਆ। ਇੱਥੇ ਵੀ ਉਹੀ ਕੁਛ ਮਿਲੂਗਾ ਰਾਜੇ। ਇੱਥੇ ਵੀ ਜਿਹੜੀ ਟੋਟਲ ਰੈਜ਼ਿਸਟੈਂਸ ਮਿਲੂ ਉਹ 5 ਤੇ 4 9 9 ਤੇ 3 12 ਤੇ 2 14। ਇੱਥੇ ਵੀ ਟੋਟਲ ਰੈਜ਼ਿਸਟੈਂਸ ਜਿਹੜੀ ਹੋਊਗੀ ਉਹ 14 ਹੀ ਹੋਏਗੀ। ਤਾਂ ਹੁਣ ਪਤਾ ਲੱਗ ਗਿਆ। ਹੁਣ ਸੀਰੀਜ਼ ਬਾਰੇ 2-3 ਗੱਲਾਂ ਯਾਦ ਰੱਖਣੀਆਂ ਨੇ ਤੁਸੀਂ। ਉਹ ਕੀ ਨੇਗੀਆਂ ਉਹ? ਪਹਿਲੀ ਗੱਲ, ਸੀਰੀਜ਼ ਦੀ ਜਦੋਂ ਅਸੀਂ ਗੱਲ ਕਰਾਂਗੇ, ਸੀਰੀਜ਼ ਸਰਕਟ ਦੀ ਜਦੋਂ ਗੱਲ ਕਰਾਂਗੇ ਜਾਂ ਸੀਰੀਜ਼ ਕੰਬੀਨੇਸ਼ਨ ਦੀ, ਪਹਿਲੀ ਗੱਲ ਇਹ ਆ ਵੀ ਸੀਰੀਜ਼ ਦੇ ਵਿੱਚ ਸਾਰੀ ਲੜੀ 'ਚ ਕਰੰਟ ਦੀ ਵੈਲਿਊ ਆ, ਕਰੰਟ ਦੀ ਜਿਹੜੀ ਵੈਲਿਊ ਆ, ਕਰੰਟ ਬਰਾਬਰ ਹੁੰਦਾ ਹੈਗਾ। ਇਹ ਵੱਧਦਾ ਘੱਟਦਾ ਨਹੀਂ ਹੈਗਾ, ਬਰਾਬਰ ਹੁੰਦਾ। ਪਹਿਲੀ ਗੱਲ ਤਾਂ ਇਹ ਯਾਦ ਕਰਨੀ ਆ। ਦੂਜਾ ਕੀ ਆ, ਇੱਕ ਲੜੀਵਾਰ ਦੇ ਵਿੱਚ, ਸੀਰੀਜ਼ ਦੇ ਵਿੱਚ ਵੋਲਟੇਜ ਆ, ਜਿਹੜੀ ਸਾਡੀ ਵੋਲਟੇਜ ਆ ਉਹ ਵੰਡੀ ਜਾਂਦੀ ਆ। ਇਹ ਦੋ ਗੱਲਾਂ ਯਾਦ ਰੱਖਣੀਆਂ ਨੇਗੀਆਂ। ਕਿਵੇਂ? ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦੇ ਕੇ ਦਿਖਾਉਣਾਗਾ। ਮੈਂ ਪਹਿਲਾਂ ਸਿਰਫ 2 ਤੋਂ ਸ਼ੁਰੂ ਕਰਦਾ। ਪਹਿਲਾਂ ਆਪਾਂ ਵੱਡੀ ਨਹੀਂ ਲੈਂਦੇ, ਸਿਰਫ 2 ਲੈਂਦੇ ਹਾਂ ਪਹਿਲਾਂ ਆਪਾਂ। ਵੀ ਇੱਕ ਆਹ ਪਿਆ ਗਾ ਜੰਤਰ ਸਾਡਾ, ਇੱਕ ਜੰਤਰ ਸਾਡਾ ਆਹ ਪਿਆ ਗਾ। ਇਹ 2 ਰੈਜ਼ਿਸਟੈਂਸਾਂ ਪਈਆਂ ਨੇਗੀਆਂ ਅਤੇ ਇੱਥੇ ਲੱਗਿਆ ਹੋਇਆ ਗਾ ਕੋਈ ਨਾ ਕੋਈ ਵੋਲਟੇਜ ਸੋਰਸ, ਆਹ ਜੁੜੇ ਹੋਏ ਹੈਗੇ। ਇੱਥੇ ਲੱਗੀ ਹੋਈ ਹੈਗੀ 20 ਵੋਲਟ ਲੱਗਿਆ ਹੋਇਆ ਹੈਗਾ। ਇੱਥੇ ਲੱਗਿਆ ਹੋਇਆ 3 ਓਮ, ਇੱਥੇ ਲੱਗੀ ਹੋਈ ਆ 2 ਓਮ। ਸਭ ਤੋਂ ਪਹਿਲੀ ਗੱਲ ਉਹ ਪੁੱਛਦਾ, ਕਹਿੰਦਾ ਇਹਦੇ ਵਿੱਚੋਂ ਕਰੰਟ ਕੱਢੋ ਕਹਿੰਦਾ ਇਹਦੇ ਵਿੱਚ ਕੀ ਹੋਊਗਾ। ਹੁਣ ਸਾਨੂੰ ਪਤਾ ਕਰੰਟ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈਗਾ। ਉਹੀ ਫਾਰਮੂਲਾ ਸਾਡਾ V = I × R ਹੁੰਦਾ ਨਾ। ਤਾਂ I ਕਿਵੇਂ ਨਿਕਲੂਗਾ? ਜੇ R ਨੂੰ ਆਪਾਂ ਉੱਧਰ ਲੈ ਕੇ ਜਾਵਾਂਗੇ ਤਾਂ ਵੋਲਟੇਜ ਕਿੰਨੀ ਆ ਸਾਡੀ 20। ਹੁਣ ਅਸੀਂ ਕੱਢਣੀ ਆ ਰੈਜ਼ਿਸਟੈਂਸ ਇੱਥੇ ਕਿੰਨੀਆਂ ਨੇਗੀਆਂ? 2। ਲੜੀਵਾਰ ਜੁੜੀਆਂ ਹੋਈਆਂ ਨੇ। ਆਹ ਸਿਰੇ 'ਤੇ ਦੇਖੋ ਸਿਰਫ ਇੱਕੋ ਤਾਰ ਜੁੜੀ ਆ ਨਾ, ਆਹ ਠੀਕ ਆ। ਤਾਂ ਇਹ ਤਾਂ ਹੈਗੀ ਲੜੀਵਾਰ, ਠੀਕ ਹੈਗੀ। ਇੱਧਰਲੇ ਪਾਸੇ ਵੀ ਇੱਕੋ ਹੀ ਤਾਰ ਜੁੜੀ ਆ ਅਤੇ ਉਹ ਆਪਸ ਦੇ ਵਿੱਚ ਜੁੜ ਕੇ ਜਿਹੜੇ 2 ਸਿਰੇ ਰਹਿ ਗਏ ਉਹ ਬੈਟਰੀ ਨਾਲ ਜੁੜੇ ਨੇਗੇ, ਬਿਲਕੁਲ ਠੀਕ ਆ। ਇਹਦਾ ਮਤਲਬ ਇਹ ਕੀ ਹੈਗਾ, ਸਾਡੀ ਕੀ ਹੈਗੀ, ਇਹ ਸੀਰੀਜ਼ ਰੈਜ਼ਿਸਟੈਂਸ ਹੈਗੀ। ਤਾਂ ਸੀਰੀਜ਼ ਦੇ ਵਿੱਚ ਅਸੀਂ ਰੈਜ਼ਿਸਟੈਂਸ ਸਾਨੂੰ ਜੋੜਨਾ ਗਾ। ਆਰ ਦੀ ਵੈਲਿਊ ਆ ਜਿਹੜੀ ਸਾਡੀ ਉਹ ਕਿਵੇਂ ਨਿਕਲੇਗੀ? 3 ਦੇ ਵਿੱਚ 2 ਜੋੜ ਦਿਓ, ਕਿੰਨਾ ਬਣ ਗਿਆ? ਪੂਰੀ ਰੈਜ਼ਿਸਟੈਂਸ ਜਿਹੜੀ ਬਣ ਗਈ ਉਹ 5 ਬਣ ਗਈ। ਅਤੇ ਜਿਹੜਾ ਟੋਟਲ ਕਰੰਟ ਦੇ ਪੈਰ 'ਚ ਆਪਾਂ ਟੀ ਪਾ ਲੈਂਦੇ ਹਾਂ, ਟੋਟਲ ਕਰੰਟ ਜਿਹੜਾ ਨਿਕਲੂਗਾ, ਜਿਹੜਾ ਇੱਥੋਂ ਜਾਊਗਾ ਸਾਡਾ ਦੋਨੇ ਰੈਜ਼ਿਸਟੈਂਸ ਦੇ ਵਿੱਚ ਦੀ ਲੰਘ ਕੇ ਆਊਗਾ, ਉਹ ਜਿਹੜੀ ਟੋਟਲ ਵੋਲਟੇਜ ਆ ਅਤੇ ਜਿਹੜੀ ਟੋਟਲ ਆਹ ਇਕੱਲੀ ਇੱਕ ਰੈਜ਼ਿਸਟੈਂਸ ਨਹੀਂ ਆਪਾਂ ਮੰਨਣੀ ਹੁਣ। ਕਿਉਂਕਿ ਆਹ ਜਿਹੜੀ ਬੈਟਰੀ ਹੈਗੀ, ਇਹ ਬੈਟਰੀ ਜਦੋਂ ਆਪਾਂ ਇਹ 2 ਸਿਰੇ ਦੇਖੇਗੀ, ਇਹ 2 ਸਿਰਿਆਂ ਦੇ ਉੱਪਰ ਇਹਨਾਂ ਨੂੰ ਦੋਨਾਂ ਦੀ ਰੈਜ਼ਿਸਟੈਂਸ ਦੇਖੇਗੀ, ਇਕੱਲੀ ਇੱਕ ਨੂੰ ਨਹੀਂ ਦੇਖੇਗੀ। ਇਹ 3 ਤੇ 2 5 ਆਏ, ਇੱਥੇ ਸਾਡੇ ਕੋਲ 3 ਤੇ 2, ਇੱਥੇ ਹੇਠਲੇ ਪਾਸੇ ਸਾਡੇ ਕੋਲ 5 ਆਏਗਾ। ਅਤੇ ਇੱਥੇ ਸਾਡੇ ਕੋਲ ਕਰੰਟ ਕਿੰਨਾ ਆ ਜਾਏਗਾ? ਲਾਲ ਅੱਖਰ 'ਚ ਲਿਖਦੇ ਹਾਂ ਆਪਾਂ ਕਰੰਟ ਨੂੰ, 4 ਐਂਪੀਅਰ ਆਏਗਾ। ਇਹਦਾ ਮਤਲਬ 4 ਐਂਪੀਅਰ ਕਰੰਟ ਸਾਡਾ ਇੱਥੋਂ ਚੱਲ ਪਿਆ। ਹੁਣ ਪਹਿਲੀ ਗੱਲ ਤਾਂ ਤੁਸੀਂ ਇਹ ਧਿਆਨ ਰੱਖਣੀ ਆ ਵੀ ਜਦੋਂ ਇੱਥੋਂ ਇਹ ਕਰੰਟ ਚੱਲ ਪਿਆ, ਵਾਪਸ ਵੀ ਇਹਦੇ ਅੰਦਰ ਜਾ ਕੇ ਇਹ 4 ਐਂਪੀਅਰ ਹੀ ਜਾਊਗਾ।
ਇੱਥੋਂ ਜਾਂਦਾ ਹੋਇਆ ਇਹਦੇ ਅੰਦਰ ਦੀ ਜਦੋਂ ਲੰਘੂਗਾ ਇੱਥੇ ਵੀ 4 ਐਂਪੀਅਰ ਨਿਕਲੇਗਾ, ਇੱਥੇ ਵੀ 4 ਜਾਏਗਾ, ਇੱਥੇ ਵੀ 4 ਜਾਏਗਾ, ਇੱਥੇ ਸਾਰੇ ਸਰਕਟ ਦੇ ਵਿੱਚ ਕਿੰਨਾ ਕਰੰਟ ਹੋਏਗਾ? 4 ਐਂਪੀਅਰ ਕਰੰਟ ਹੋਏਗਾ। ਕਿਉਂ? ਕਿਉਂਕਿ ਇੱਕ ਇਹ ਲੜੀ ਹੈਗੀ। ਜੇ ਸਰਕਟ ਸਾਡਾ ਇੱਥੇ ਟੁੱਟਿਆ ਹੁੰਦਾ ਇੱਦਾਂ, ਉਹ ਵੱਖਰੀ ਗੱਲ ਸੀ, ਇੱਥੇ ਕੀ ਜਾਣਾ ਸੀ ਉਹ ਫੇਰ ਦੇਖਾਂਗੇ। ਪਰ ਹੁਣ ਇਹ ਇੱਕ ਲੜੀ ਹੈਗੀ ਅਤੇ ਲੜੀ ਦੇ ਵਿੱਚ ਕਰੰਟ ਤਾਂ ਸੇਮ ਹੁੰਦਾ। ਦੇਖੋ ਅਸੀਂ ਸਪੈਸ਼ਲ ਲਿਖਿਆ, ਕਰੰਟ ਬਰਾਬਰ ਹੁੰਦਾ, ਸਾਰੀਆਂ ਰੈਜ਼ਿਸਟੈਂਸ ਬਰਾਬਰ ਹੁੰਦਾ। ਓਕੇ, ਪਤਾ ਲੱਗ ਗਿਆ ਇਹ ਗੱਲ ਹੈ ਨਾ ਸਾਨੂੰ। ਹੁਣ ਦੇਖੋ ਜੀ, ਇਸ ਤੋਂ ਬਾਅਦ ਸਾਡੇ ਕੋਲੇ ਅਗਲੀ ਗੱਲ ਜਿਹੜੀ ਉਹਨੇ ਕਹੀ ਸੀ, ਉਹ ਕਿਹਾ ਸੀਗਾ ਉਹਨੇ ਵੀ ਦੂਜੀ ਗੱਲ ਕਹੀ ਸੀ, ਸੀਰੀਜ਼ ਦੇ ਵਿੱਚ ਵੋਲਟੇਜ ਵੰਡੀ ਜਾਂਦੀ ਹੈ। ਵੰਡੀ ਜਾਣ ਦਾ ਕੀ ਮਤਲਬ ਆ? ਵੰਡੀ ਜਾਣ ਦਾ ਮਤਲਬ ਇਹ ਆ ਵੀ ਟੋਟਲ ਜਿਹੜੀ ਸਾਡੀ ਵੋਲਟੇਜ ਸੀਗੀ, ਉਹ ਸਾਨੂੰ ਪਤਾ ਨਾ ਕਿੰਨੀ ਸੀਗੀ ਟੋਟਲ ਵੋਲਟੇਜ। ਟੋਟਲ ਵੋਲਟੇਜ ਸਾਡੀ ਸੀਗੀ 20। ਆਹ ਜਿਹੜੀ ਆਹ ਨਹੀਂ ਹੈਗੀ, ਕਰੰਟ ਦੇਖਿਓ ਕਿਵੇਂ ਜਾਊਗਾ, ਕਰੰਟ ਦੱਸ ਦਿੰਦਾ। ਇੱਥੋਂ ਨਿਕਲੇਗਾ ਰਾਜੇ, ਇੱਦਾਂ ਹੁੰਦਾ ਹੋਇਆ, ਇਹਦੇ ਵਿੱਚ ਦੀ ਹੁੰਦਾ ਹੋਇਆ, ਇੱਦਾਂ ਵਾਪਸ ਚੱਲ ਜਾਏਗਾ। ਇਹ ਕਰੰਟ ਦੀ ਡਾਇਰੈਕਸ਼ਨ ਹੋਏਗੀ। ਠੀਕ ਹੈ, ਚਲੋ ਹੁਣ ਅਸੀਂ ਆਪਾਂ ਅੱਗੇ ਵੱਧਦੇ ਆਂਗੇ। ਫਿਰ 4 ਤਾਂ ਸਾਡਾ ਨਿਕਲ ਗਿਆ ਨਾ, ਮੈਂ ਇਹਨੂੰ ਇੰਨੇ ਕੁ ਨੂੰ ਡਿਲੀਟ ਕਰ ਦਾਂ ਜੀ। ਮੈਂ ਇਹਨੂੰ ਡਿਲੀਟ ਕਰ ਦਿੰਦਾ ਕਿਉਂਕਿ ਇਹ ਹੋ ਚੁੱਕਿਆ ਸੋਲਵ, ਇਹ ਹੋ ਚੁੱਕਿਆ ਸੋਲਵ। ਪਿੱਛੇ ਬੈਕ ਕਰਕੇ ਵੀਡੀਓ ਨੂੰ ਬੇਸ਼ੱਕ ਤੁਸੀਂ ਉਤਾਰ ਲਿਓ। ਮੈਂ ਸਿਰਫ ਇੰਨਾ ਕੁ ਲਿਖ ਲੈਣਾ ਵੀ I=B/R। B ਹੈਗੀ ਹੈ ਸਾਡੀ 20, 5। ਮੈਂ ਬਾਰ-ਬਾਰ ਇੱਥੇ ਲਿਖੂੰਗਾ ਨਹੀਂ। ਹੁਣ ਇਹ 5 ਕਿਉਂ ਆਏਗਾ? ਤਾਂ ਉਹਨਾਂ ਨੂੰ ਜੋੜ ਕੇ ਆਏਗਾ। ਇੱਥੇ 5 ਹੈਗਾ, ਇੱਥੋਂ ਸਾਡੇ ਕੋਲ 4 ਬਣਿਆ ਗਾ। ਹੁਣ ਦੇਖੋ ਜੀ, ਅਸੀਂ ਆਹ ਜਿਹੜੀ 20 ਵੋਲਟ ਹੈਗੀ, ਹਮੇਸ਼ਾ ਇਹ ਜ਼ਰੂਰੀ ਹੈਗਾ, ਇਹ ਪੱਕੀ ਗੱਲ ਹੈਗੀ ਵੀ ਜਿਹੜੀ ਇਹ 20 ਵੋਲਟ ਹੁੰਦੀ ਹੈਗੀ, ਇਹ ਹਮੇਸ਼ਾ ਇਹਨਾਂ ਦੋਨਾਂ ਦੇ ਵਿੱਚ ਖ਼ਤਮ ਹੋ ਜਾਂਦੀ ਹੈ। ਇੱਥੇ ਜਿਹੜੀ ਆਹ ਨਿਊਟਰਲ ਨਹੀਂ ਹੁੰਦੀ, ਜਿਹੜੀ ਆਹ ਨਿਊਟਰਲ ਹੁੰਦੀ ਹੈ ਤੁਹਾਡੀ, ਇਸ ਨਿਊਟਰਲ ਦੇ ਵਿੱਚ ਕੋਈ ਵੀ ਵੋਲਟੇਜ ਨਹੀਂ ਹੁੰਦੀ। ਇਹ ਵੋਲਟੇਜ ਇੱਥੋਂ ਖ਼ਤਮ ਹੋ ਜਾਂਦੀ ਹੁੰਦੀ ਹੈ, ਸਾਰੀ ਵੋਲਟੇਜ। ਤਾਂ ਇਸ ਵੋਲਟੇਜ ਦਾ ਖ਼ਤਮ ਹੋਣ ਨੂੰ ਅਸੀਂ ਕਹਿੰਦੇ ਹਾਂ ਕਿ ਵੋਲਟੇਜ ਦਾ ਡਰੋਪ ਹੋ ਗਿਆ। ਡਰੋਪ ਹੋ ਗਿਆ ਮਤਲਬ ਵੋਲਟੇਜ ਘਟ ਗਈ, ਖ਼ਤਮ ਹੋ ਗਈ ਵੋਲਟੇਜ। ਮੰਨ ਲਓ ਵਿੱਚ ਇਹ ਡਰੋਪ ਦਾ ਕੀ ਮਤਲਬ ਆ? ਸੁਣੋ ਮੇਰੀ ਗੱਲ। ਤੁਸੀਂ ਇੱਕ ਤੁਹਾਡੇ ਕੋਲ ਕਿੱਥੇ ਪਲੱਗ ਹੈਗਾ, ਠੀਕ ਹੈ, ਉਹਦੇ ਨਾਲ ਤੁਸੀਂ ਕੋਈ ਜੰਤਰ ਲਗਾਤਾ, ਇੱਕ ਪੱਖਾ ਲਗਾਤਾ। ਹੁਣ ਆਪਾਂ ਕਹਿੰਦੇ ਵੋਲਟੇਜ ਖ਼ਤਮ ਹੋ ਗਈ। ਆਹ ਫੇਸ ਹੈਗਾ, ਆਹ ਨਿਊਟਰਲ ਆ। ਤਾਂ ਜਿਹੜੀ ਅਸੀਂ 220 ਵੋਲਟ ਦਿੱਤੀ ਹੈ, ਕਾਹਦੇ ਵਾਸਤੇ ਦਿੱਤੀ ਹੈ 220 ਵੋਲਟ? ਵੀ ਇਹ ਪੱਖਾ 220 ਵੋਲਟ ਲਵੇ ਅਤੇ ਆਪਦੇ ਅੰਦਰ ਕੋਈ ਨਾ ਕੋਈ ਹਵਾ ਪੈਦਾ ਕਰੇ, ਰੋਟੇਸ਼ਨ ਪੈਦਾ ਕਰੇ, ਅਤੇ ਸਾਨੂੰ ਇਹਦੀ ਹਵਾ ਆਵੇ। ਇਹਦਾ ਮਤਲਬ ਆ 220 ਵੋਲਟ ਕਾਹਦੇ ਵਾਸਤੇ? ਤੇ ਖਾਣ ਵਾਸਤੇ ਦਿੱਤੀ ਅਸੀਂ। ਜੇ ਖਾਊਗਾ ਨਹੀਂ ਤਾਂ ਕੰਮ ਕਿੱਥੋਂ ਕਰੂਗਾ ਇਹ? ਹੁਣ ਤੁਸੀਂ ਕਹੋਗੇ ਗੱਡੀ ਦੇ ਵਿੱਚ ਤੇਲ ਪਵਾਇਆ, ਤੇਲ ਜਦੋਂ ਆਪਾਂ ਪੂਰਾ ਕਿਤੇ ਜਾ ਕੇ ਆਉਂਦੇ ਹਾਂ ਤਾਂ ਤੇਲ ਖਤਮ ਹੋ ਜਾਂਦਾ। ਤਾਂ ਖਤਮ ਤਾਂ ਹੋਣਾ ਹੀ ਹੈਗਾ, ਉਹਨੇ ਤੇਲ ਖਾਊਗਾ ਤਾਂ ਹੀ ਸਾਡੇ ਕੋਲ ਕੰਮ ਹੋਊਗਾ ਨਾ। ਤਾਂ ਕੰਮ ਨੂੰ ਕਰਵਾਉਣ ਵਾਸਤੇ ਸਾਨੂੰ ਵੋਲਟੇਜ ਚਾਹੀਦੀ ਹੁੰਦੀ ਹੈਗੀ। ਤਾਂ ਵੋਲਟੇਜ ਹਮੇਸ਼ਾ ਖਤਮ ਹੋ ਜਾਂਦੀ ਹੈਗੀ। ਖਤਮ ਕਿੱਥੇ ਹੁੰਦੀ ਹੈ? ਇਸ ਯੰਤਰ ਖਾ ਜਾਂਦਾ ਸਾਡੀ ਵੋਲਟੇਜ ਨੂੰ। ਠੀਕ ਹੈ ਜੀ। ਤਾਂ ਉਹ ਦੇਖੋ ਕਿਵੇਂ, ਇੱਥੇ 20 ਵੋਲਟ। ਅੱਛਾ, ਹੁਣ ਗੱਲ ਇਹ ਹੈ ਵੀ ਕਿਹਨੇ ਕਿੰਨੀ ਖਾਧੀ ਹੈ, ਇੱਥੇ ਅਸੀਂ ਗੱਲ ਕਰਨੀ, ਕਿਉਂਕਿ ਇੱਥੇ ਖਾਣ ਵਾਲੇ ਦੋ ਯੰਤਰ ਨੇਗੇ ਸਾਡੇ। ਤਾਂ ਕੌਣ ਕਿੰਨੀ ਵੋਲਟੇਜ ਨੂੰ ਖਾਵੇਗਾ? ਹੁਣ ਇਹਦੇ ਵਾਸਤੇ ਵੋਲਟੇਜ ਦਾ ਉਹਨੂੰ ਕਹਾਂਗੇ ਆਪਾਂ, ਵੋਲਟੇਜ ਖਾਣਾ ਮਤਲਬ ਵੋਲਟੇਜ ਦਾ ਡਰੋਪ ਹੋਣਾ। ਹੁਣ ਵੋਲਟੇਜ ਦਾ ਡਰੋਪ ਕਿੰਨਾ ਹੋ ਰਿਹਾ, ਉਹਦਾ ਫਾਰਮੂਲਾ ਹੁੰਦਾ I×R। ਰਜਿਸਟੈਂਸ ਅਤੇ ਕਰੰਟ ਨੂੰ ਆਪਸ ਦੇ ਵਿੱਚ ਗੁਣਾ ਕਰ ਦਿਓ, ਤੁਹਾਨੂੰ ਖਾਧੀ ਕੀ ਵੋਲਟੇਜ ਦਾ ਪਤਾ ਲੱਗ ਜੂ ਕਿਹਨੇ ਕੀ ਖਾਧਾ। ਤਾਂ ਸਭ ਤੋਂ ਪਹਿਲਾਂ ਅਸੀਂ ਇੱਥੇ ਇਸ ਦੇ ਕ੍ਰੋਸ ਪਤਾ ਕਰਦੇ ਹਾਂ। ਜੇ ਆਪਾਂ ਇੱਥੇ ਇੱਕ ਵੋਲਟ ਮੀਟਰ ਲਗਾ ਲਈਏ, ਵੋਲਟ ਮੀਟਰ ਹਮੇਸ਼ਾ ਸਾਨੂੰ ਦੱਸਦਾ ਹੁੰਦਾ, ਇਹ ਪੈਰਲ ਦੇ ਵਿੱਚ ਲੱਗਦਾ ਹੁੰਦਾ ਹੈਗਾ, ਅਤੇ ਇਹ ਦੱਸਦਾ ਹੁੰਦਾ ਸਾਨੂੰ ਕੀ? ਇਹ ਦੱਸਦਾ ਹੁੰਦਾ ਸਾਨੂੰ ਵੀ ਵੋਲਟੇਜ ਕਿੰਨੀ ਖਾਧੀ ਗਈ ਹੈ ਕਿਸੇ ਵੀ ਯੰਤਰ ਦੁਆਰਾ। ਤਾਂ ਵੋਲਟੇਜ ਦਾ ਫਾਰਮੂਲਾ ਹੁੰਦਾ ਕਰੰਟ ਅਤੇ ਰਜਿਸਟੈਂਸ। ਹੁਣ ਇਸ ਰਜਿਸਟੈਂਸ ਦੇ ਵਿੱਚ ਦੀ ਕਿੰਨਾ ਕਰੰਟ ਲੰਘਿਆ ਹੈਗਾ? 4। ਤਾਂ ਇੱਥੇ ਲਿਖੋ ਜੀ 4 ਕਰੰਟ ਲੰਘਿਆ। ਇਹ ਜਿਹੜੀ ਰਜਿਸਟੈਂਸ ਹੈ ਕਿੰਨੀ ਹੈ? 3। ਤਾਂ 4 ਤੀਏ 12। ਇਹਦਾ ਮਤਲਬ ਜਿਹੜੀ ਇੱਥੇ ਵੋਲਟੇਜ ਇਹਨੇ ਖਾਧੀ ਆ ਗਈ, ਉਹ ਵੋਲਟੇਜ ਕਿੰਨੀ ਹੈਗੀ? 12 ਹੈਗੀ। ਤਾਂ ਉਸ ਤੋਂ ਬਾਅਦ ਇੱਥੇ ਜਿਹੜੀ ਹੈਗੀ ਇਹਦੇ ਕ੍ਰੋਸ ਜੇ ਆਪਾਂ ਵੋਲਟ ਮੀਟਰ ਲਗਾਈਏ, ਇੱਥੇ ਹੁਣ ਕਰੰਟ ਕਿੰਨਾ ਹੈ? ਕਿਉਂਕਿ ਸੀਰੀਜ਼ ਸਰਕਟ ਦਾ ਕਰੰਟ ਕਿੰਨਾ? ਉਹ 4 ਹੀ ਆਊਗਾ ਨਾ। ਤਾਂ ਇਸ 4 ਨੂੰ ਜਦੋਂ 2 ਨਾਲ ਗੁਣਾ ਕਰਾਂਗੇ ਆਪਾਂ, ਕਿੰਨਾ ਆ ਜੂ? ਇੱਥੇ 8 ਵੋਲਟ ਆ ਜੂ। ਤਾਂ ਦੇਖਣ ਵਾਲੀ ਗੱਲ ਕੀ ਆ, ਦੇਖੋ ਕੁੱਲ ਵੋਲਟੇਜ ਅਸੀਂ ਜੇ ਅਸੀਂ ਆਹ ਸਾਰੀਆਂ ਵੋਲਟੇਜਾਂ ਨੂੰ ਜੋੜ ਦਈਏ, ਅਸੀਂ ਕਹਿੰਦੇ ਆਂਗੇ ਵੀ 2 ਦੇ ਵਿੱਚ ਕਿੰਨੀ ਵੋਲਟੇਜ ਖਾਧੀ ਗਈ ਹੈਗੀ? 8 ਵੋਲਟ। 3 ਦੇ ਵਿੱਚ ਕਿੰਨੀ ਵੋਲਟੇਜ ਖਾਧੀ ਗਈ ਹੈ? 12 ਵੋਲਟ। ਤਾਂ ਕੁੱਲ ਮਿਲਾ ਕੇ ਕਿੰਨੀ ਬਣ ਗਈ? ਇਹ 20 ਵੋਲਟ ਬਣ ਗਈ। ਇਹ 20 ਵੋਲਟ ਚੱਲੀ ਕਿੰਨੀ ਸੀਗੀ ਪਿੱਛੋਂ? 20 ਵੋਲਟ ਹੀ ਤਾਂ ਚੱਲੀ ਸੀਗੀ। ਤਾਂ ਹੀ ਤਾਂ ਅਸੀਂ ਕਹਿੰਦੇ ਵੀ ਨਿਊਟਰਲ ਦੇ ਵਿੱਚ ਸਾਡੇ ਕੋਲ, ਨਿਊਟਰਲ ਦੇ ਵਿੱਚ ਕੋਈ ਵੋਲਟੇਜ ਨਹੀਂ ਹੁੰਦੀ। ਨਿਊਟਰਲ 'ਚ ਵੋਲਟੇਜ ਸਾਡੀ ਕਿੰਨੀ ਹੁੰਦੀ ਹੈਗੀ? 0 ਹੁੰਦੀ ਹੈ, ਕਿਉਂਕਿ ਉਹ ਪਹਿਲਾਂ ਹੀ ਖਤਮ ਹੋ ਗਈ ਹੈ ਜੀ। ਉਹ ਜਿਹੜੀਆਂ ਰਜਿਸਟੈਂਸਾਂ ਨੇ ਇਹਨਾਂ ਨੇ ਪਹਿਲਾਂ ਹੀ ਡਰੋਪ ਕਰਵਾਤਾ ਉਹਦਾ।
ਕਲੀਅਰ ਹੋਈ ਜੀ ਗੱਲ ਇਹ। ਤਾਂ ਇਹ ਸਾਡਾ ਸੀਰੀਜ਼ ਸਰਕਟ ਸੀਗਾ। ਸੀਰੀਜ਼ ਸਰਕਟ ਦੇ ਵਿੱਚ ਦੋ ਗੱਲਾਂ ਉਹੀ ਬਰਾਬਰ, ਇੱਕ ਵੰਡੀ ਜਾਂਦੀ ਹੈਗੀ ਵੋਲਟੇਜ, ਇੱਕ ਕਰੰਟ ਬਰਾਬਰ ਹੁੰਦਾ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਆ, ਵੱਧ ਵੋਲਟੇਜ ਕਿਹਨੇ ਖਾਧੀ? 20 ਵੋਲਟ ਦਾ ਵੱਧ ਹਿੱਸਾ ਕਿਹਨੇ ਖਾਧਾ? 12 ਵੋਲਟ ਖਾਧੀ ਇੱਕ ਨੇ ਘੱਟ ਖਾਧੀ ਹੈ, ਸਿਰਫ 8 ਵੋਲਟ ਦਾ ਡ੍ਰੌਪ ਕਰਵਾਇਆ। ਵੱਧ ਉਹਨੇ ਖਾਧੀ ਆ ਜਿਹਦੀ ਰਜਿਸਟੈਂਸ ਬੱਚੇ ਵੱਧ ਆ। ਜਿਹਦੀ ਰਜਿਸਟੈਂਸ ਵੱਧ ਹੋਊਗੀ ਉਹਦੇ ਕ੍ਰਾਸ ਵੋਲਟੇਜ ਦਾ ਡ੍ਰੌਪ ਵੀ ਵੱਧ ਹੋਊਗਾ। ਜਿਹਦੀ ਰਜਿਸਟੈਂਸ ਘੱਟ ਆ ਉਹਦੇ ਕ੍ਰਾਸ ਜਿਹੜੀ ਵੋਲਟੇਜ ਦਾ ਡ੍ਰੌਪ ਆ ਉਹ ਵੀ ਘੱਟ ਆ। ਕਿਹਦੀ ਗੱਲ ਹੈ? ਸੀਰੀਜ਼ ਦੇ ਵਿੱਚ। ਤਾਂ ਇੱਕ ਲਾਈਨ ਲਿਖੋ, ਸੀਰੀਜ਼ ਸਰਕਟ ਵਾਸਤੇ ਵੋਲਟੇਜ ਡ੍ਰੌਪ ਆ ਜਿਹੜਾ ਸਾਡਾ, ਵੋਲਟੇਜ ਡ੍ਰੌਪ ਆ ਜਿਹੜਾ, ਉਹ ਡਿਪੈਂਡ ਕਰਦਾ ਜਿੰਨੀ ਜ਼ਿਆਦਾ ਰਜਿਸਟੈਂਸ ਓਨਾ ਜ਼ਿਆਦਾ ਡ੍ਰੌਪ। ਕਿਉਂਕਿ ਦੇਖੋ ਰਾਜੇ, ਜਿਹੜੀ ਵੋਲਟੇਜ ਹੁੰਦੀ ਆ ਉਹ ਕਰੰਟ ਗੁਣਾ ਰਜਿਸਟੈਂਸ ਹੁੰਦੀ ਆ। ਹੁਣ ਸੀਰੀਜ਼ ਦੇ ਵਿੱਚ ਕਰੰਟ ਤਾਂ ਸੇਮ ਹੀ ਹੁੰਦਾ, ਇਹਦਾ ਮਤਲਬ ਕਾਹਤੇ ਡਿਪੈਂਡ ਕਰੂਗੀ? ਹੁਣ ਰਜਿਸਟੈਂਸ 'ਤੇ ਡਿਪੈਂਡ ਕਰੂਗੀ ਵੋਲਟੇਜ, ਤਾਂ ਜਿਹੜੀ ਖਾਧੀ ਜਾਊਗੀ ਜਿਹੜਾ ਵੋਲਟੇਜ ਡ੍ਰੌਪ ਹੋਊਗਾ। ਚਲੋ ਇੱਕ ਕੁਐਸਚਨ ਤੁਹਾਨੂੰ ਦਿੰਦਾ ਗਾ, ਮੈਂ ਤੁਹਾਨੂੰ ਕਹਿਣਾ ਵੀ ਇੱਕ ਆਹ ਪਈ ਆ ਰਜਿਸਟੈਂਸ ਜੀ, ਇੱਕ ਆਹ ਪਈ ਆ ਰਜਿਸਟੈਂਸ, ਇਹਨੂੰ ਮੈਂ ਇਹਦੇ ਨਾਲ ਜੋੜਤਾ, ਇਹਨੂੰ ਮੈਂ ਇਹਦੇ ਨਾਲ ਜੋੜਤਾ। ਇੱਥੇ ਮੇਰੀ ਲੱਗੀ ਹੋਈ ਆ ਬੈਟਰੀ, ਇਹਦੀ ਡਾਇਰੈਕਸ਼ਨ ਦੱਸੋ। ਇੱਥੇ ਲੱਗੀ ਹੋਈ ਆ 33 ਵੋਲਟ ਦੀ ਇੱਕ ਬੈਟਰੀ। ਇੱਥੇ ਹੈਗੀ ਸਾਡੀ 7 ਓਮ ਦੀ ਇੱਕ ਰਜਿਸਟੈਂਸ, ਇੱਥੇ ਹੈਗੀ ਆ 4 ਓਮ ਦੀ ਇੱਕ ਰਜਿਸਟੈਂਸ। ਤਾਂ ਮੈਨੂੰ ਤੁਸੀਂ ਦੱਸਣਾ ਗਾ, ਇੱਥੇ ਪੋਜ਼ੀਟਿਵ ਹੈ ਇੱਥੇ ਨੈਗੇਟਿਵ ਹੈ, ਤੁਸੀਂ ਮੈਨੂੰ ਦੱਸਣਾ ਗਾ ਵੀ ਇਸ ਸਰਕਟ ਦੇ ਵਿੱਚ ਕਰੰਟ ਕਿੰਨਾ ਗਾ। ਦੱਸੋ ਜੀ ਕਰੰਟ ਕਿੰਨਾ ਗਾ, ਕੱਢੋ ਇਹਨੂੰ ਕਰੰਟ ਨੂੰ। ਤੁਹਾਨੂੰ ਇੱਕ ਅੱਧਾ ਮਿੰਟ ਦਿੱਤਾ, ਦਿਮਾਗ ਲਾਓ। ਕਰੰਟ ਉਨੀ ਦੇਰ ਨਹੀਂ ਕੱਢ ਸਕਦੇ ਜਿੰਨੀ ਦੇਰ ਸਾਨੂੰ ਟੋਟਲ ਰਜਿਸਟੈਂਸ ਨਹੀਂ ਪਤਾ ਵੀ ਇਸ ਬੈਟਰੀ ਨੂੰ ਟੋਟਲ ਰਜਿਸਟੈਂਸ ਦਿਖਦੀ ਕਿੰਨੀ ਹੈਗੀ, ਅਤੇ ਉਹ ਜੜੀ ਕਿਵੇਂ ਹੋਈਆਂ ਨੇ ਰਜਿਸਟੈਂਸਾਂ। ਇੱਕ ਤੋਂ ਵੱਧ ਰਜਿਸਟੈਂਸਾਂ ਦੋ ਨੇਗੀਆਂ, ਜੁੜੀਆਂ ਕਿਵੇਂ ਹੋਈਆਂ ਨੇਗੀਆਂ? ਸੀਰੀਜ਼ ਦੇ ਵਿੱਚ, ਲੜੀ ਦੇ ਵਿੱਚ। ਤਾਂ ਜੇ ਲੜੀ ਦੇ ਵਿੱਚ ਜੁੜੀਆਂ ਹੋਈਆਂ ਨੇਗੀਆਂ ਉਹਨਾਂ ਦਾ ਕੀ ਕਰਨਾ ਪਊਗਾ? ਜੋੜ ਕਰਨਾ ਪਊਗਾ। ਕਿੰਨਾ ਆ ਜਾਊਗਾ? 11 ਆ ਜਾਊਗਾ। ਕਰੰਟ ਦੇ ਕੱਢਣ ਦਾ ਫਾਰਮੂਲਾ ਕੀ ਆ? ਵੋਲਟੇਜ ਬਟਾ ਰਜਿਸਟੈਂਸ। ਵੋਲਟੇਜ ਕਿੰਨੀ ਹੈਗੀ? 33 ਹੈਗੀ। ਰਜਿਸਟੈਂਸ ਕਿੰਨੀ ਹੈਗੀ? 11 ਹੈਗੀ। ਕੱਟ ਕੇ ਕਿੰਨਾ ਆ ਗਿਆ? 3। ਇੱਥੇ ਹੁਣ ਜਿਹੜਾ 3 ਆਇਆ, ਇੱਥੇ ਜਿਹੜਾ ਕਰੰਟ ਆਇਆ ਸਾਡਾ ਉਹ ਕਿੰਨਾ ਆ ਗਿਆ ਜੀ? ਇੱਕ ਪੋਜ਼ੀਟਿਵ ਹੈ ਨਾ, ਇੱਧਰੋਂ ਨਿਕਲ ਰਿਹਾ ਹੈਗਾ ਤਾਂ 3 ਫਿਰ ਕਰੰਟ ਜਾ ਰਿਹਾ। ਹੁਣ ਜੇ ਮੈਂ ਪੁੱਛਾਂ ਇੱਥੇ ਕਿੰਨਾ ਕਰੰਟ ਹੈ, ਇੱਥੇ ਵੀ 3 ਆ। ਜਦੋਂ ਆ ਰਜਿਸਟੈਂਸ 'ਚੋਂ ਨਿਕਲਿਆ 3 ਆ, ਇੱਧਰ ਨੂੰ ਗਿਆ 3, ਇੱਧਰ ਨੂੰ ਗਿਆ ਫਿਰ 7, ਅਤੇ ਇੱਧਰ ਨੂੰ 3 ਗਿਆ, ਇੱਧਰ ਨੂੰ ਗਿਆ ਵਾਪਸ ਆ ਗਿਆ। ਤਾਂ ਜੇ ਮੈਂ ਹੁਣ ਇੱਥੇ ਪਤਾ ਕਰਨਾ ਚਾਹਾਂ ਵੀ ਇੱਥੇ ਸਾਡੇ ਕੋਲ ਵੋਲਟੇਜ ਦਾ ਡ੍ਰੌਪ ਕਿੰਨਾ ਗਾ, ਇੱਥੇ ਵੋਲਟੇਜ ਦਾ ਡ੍ਰੌਪ ਕਿੰਨਾ, ਤਾਂ 3 ਗਾ ਨਾ। ਇੱਥੇ ਵੋਲਟੇਜ ਦਾ ਡ੍ਰੌਪ ਹੁੰਦਾ I ਗੁਣਾ R। ਕਰੰਟ ਕਿੰਨਾ ਗਾ? ਕਰੰਟ ਹੈਗਾ ਗਾ 3। ਰਜਿਸਟੈਂਸ ਕਿੰਨੀ ਆ? ਰਜਿਸਟੈਂਸ ਹੈਗੀ ਆ 4। ਤਾਂ 4 ਤੀਏ 12। ਇੱਥੇ ਵੋਲਟੇਜ ਕਿੰਨੀ ਆ ਗਈ? 12। ਓਕੇ ਜੀ। ਇੱਥੇ ਸਾਡੇ ਕੋਲ 7 ਓਮ ਦੇ ਕ੍ਰਾਸ, ਜੇ 7 ਦੇ ਇੱਥੇ ਦੇਖਣੀ ਅਸੀਂ ਇੱਥੇ ਵੋਲਟੇਜ ਦੇਖਣੀ ਹੈ ਇੰਨੇ ਕੁ ਥਾਂ 'ਤੇ, ਤਾਂ ਇੱਥੇ ਕਰੰਟ ਕਿੰਨਾ ਗਾ? ਇੱਥੇ ਕਿੰਨਾ ਕਰੰਟ ਹੈਗਾ? 3। ਰਜਿਸਟੈਂਸ ਕਿੰਨੀ ਆ? 7। ਦੋਨਾਂ ਗੁਣੇ ਹੋਣਗੇ ਨਾ, 3 ਗੁਣਾ 7 ਹੋਏਗਾ ਨਾ, 21 ਆ ਗਿਆ। ਤਾਂ ਇੱਥੇ ਆਏਗੀ 21 ਵੋਲਟ। ਇਹਦਾ ਮਤਲਬ ਕਿੰਨੀਆਂ ਵੋਲਟ ਜਿੰਨੀ ਸਾਡੀਆਂ ਦੋ? ਇੱਕ ਤਾਂ 21 ਹੈਗੀ, ਇੱਕ ਹੈਗੀ 12। ਦੋਨਾਂ ਨੂੰ ਜੋੜ ਕੇ ਦੇਖਿਓ ਜੀ, 33 ਬਣਦਾ ਗਾ, ਬਣ ਗਿਆ। ਇਹਦਾ ਮਤਲਬ ਸਾਡਾ ਆਨਸਰ ਬਿਲਕੁਲ ਸਹੀ ਹੈ। ਅਸੀਂ ਕਰੰਟ ਵੀ ਸਹੀ ਕੱਢਿਆ ਗਾ, ਅਸੀਂ ਰਜਿਸਟੈਂਸ ਵੀ ਸਹੀ ਕੱਢੀ ਸੀਗੀ, ਸਾਡਾ ਵੋਲਟੇਜ ਡ੍ਰੌਪ ਵੀ ਸਹੀ ਆਇਆ। ਕਿਉਂਕਿ ਹਮੇਸ਼ਾ ਇਹੀ ਹੋਣਾ ਚਾਹੀਦਾ ਵੀ ਜਿੰਨੀਆਂ ਰਜਿਸਟੈਂਸਾਂ ਦੇ ਵਿੱਚ ਵੋਲਟੇਜ ਡ੍ਰੌਪ ਹੋਊਗਾ, ਸਾਰੇ ਵੋਲਟੇਜ ਡ੍ਰੌਪਸ ਨੂੰ ਜਦੋਂ ਅਸੀਂ ਜੋੜਾਂਗੇ ਉਹਨਾਂ ਨੂੰ ਜੋੜ ਕੇ ਕੀ ਬਣਨਾ ਚਾਹੀਦਾ? ਟੋਟਲ ਵੋਲਟੇਜ, ਬੈਟਰੀ ਦੀ ਵੋਲਟੇਜ ਆਉਣੀ ਚਾਹੀਦੀ ਹੈਗੀ। ਕਿਉਂਕਿ ਜਿੰਨੀ ਵੋਲਟੇਜ ਹੁੰਦੀ ਹੈਗੀ ਉਹ ਸਾਰੀ ਦੀ ਸਾਰੀ ਡ੍ਰੌਪ ਹੋ ਜਾਂਦੀ ਹੁੰਦੀ ਹੈਗੀ। ਤਾਂ ਸੀਰੀਜ਼ ਸਰਕਟ ਸਾਡਾ ਕੰਪਲੀਟ ਹੈਗਾ। ਨੈਕਸਟ ਇੱਕ ਹੋਰ ਜਿਹੜਾ ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਉਹ ਆਉਂਦਾ ਹੈਗਾ ਸਾਡਾ ਪੈਰਲਲ ਕੰਬੀਨੇਸ਼ਨ। ਪੈਰਲਲ ਕੰਬੀਨੇਸ਼ਨ